हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਤਾਂ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਲਰਨਿੰਗ ਐਂਡ ਐਕੁਜੀਸ਼ਨ ਵਾਲਾ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ। ਇਹ ਟੌਪਿਕ ਬੜਾ ਹੀ ਈਜ਼ੀ ਹੈ। ਜੇਕਰ ਤੁਸੀਂ ਇਸ ਦੇ ਡਿਫਰੈਂਸ ਨੂੰ ਸਮਝ ਲਿਆ, ਲਰਨਿੰਗ ਐਂਡ ਐਕੁਜੀਸ਼ਨ, ਇਹਨਾਂ ਦੇ ਵਿਚਕਾਰ ਇੱਕ ਨਿੱਕਾ ਜਿਹਾ ਡਿਫਰੈਂਸ ਹੈ। ਇਸ ਡਿਫਰੈਂਸ ਨੂੰ ਸਮਝ ਲਿਆ ਤਾਂ ਸਾਰਾ ਟੌਪਿਕ ਤੁਹਾਡਾ ਹੋ ਗਿਆ ਸਮਝੋ। ਵੈਸੇ ਜੋ ਲਰਨਿੰਗ ਦਾ ਟੌਪਿਕ ਹੈ ਆਪਣੇ ਆਪ ਵਿੱਚ ਇੱਕ ਵੱਡਾ ਕਨਸੈਪਟ ਹੈ, ਠੀਕ ਹੈ, ਕਾਫੀ ਲੌਂਗ ਟੌਪਿਕ ਹੈ। ਪਰ ਆਪਾਂ ਨੇ ਇੱਥੇ ਸਿਰਫ ਭਾਸ਼ਾ ਸਿੱਖਣ ਦੇ ਰੂਪ ਵਿੱਚ ਸਮਝਣਾ ਹੈ, ਮਤਲਬ ਕਿ ਲਰਨਿੰਗ ਨੂੰ ਲੈਂਗੁਏਜ ਲਰਨਿੰਗ ਤੱਕ ਆਪਣੇ ਲਿਮਟ ਇਸ ਦੀ ਰੱਖਣੀ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਸਿੱਖਣਾ, ਲਰਨਿੰਗ ਜਾਂ ਭਾਸ਼ਾ ਸਿੱਖਣ ਕਹਿ ਲਓ ਵੀ ਕੀ ਹੈ, ਠੀਕ ਹੈ। ਇਸ ਨੂੰ ਆਪਾਂ ਅੱਜ ਪਹਿਲਾਂ ਇਸ ਦਾ ਮੀਨਿੰਗ ਸਮਝਾਂਗੇ, ਫਿਰ ਉਸ ਦੇ ਬਾਅਦ ਇਹਦੇ ਅਲੱਗ-ਅਲੱਗ ਸਟੈਪ ਸਮਝਾਂਗੇ, ਲਾਸਟ ਵਿੱਚ ਕੁਝ ਕੁਐਸਚਨ ਆਨਸਰ ਕਰਾਂਗੇ, ਠੀਕ ਹੈ ਜੀ। ਤਾਂ ਦੇਖੋ, ਲਰਨਿੰਗ ਇਸ ਦਾ ਅਰਥ ਕੀ ਹੈ ਵੀ ਵਿਹਾਰ ਵਿੱਚ ਇਸ਼ਕ ਪਰਿਵਰਤਨ ਆਉਣਾ। ਸਿੱਖਣਾ ਕੀ ਹੈ, ਮਤਲਬ ਕਿ ਆਪਣਾ ਜਿਹੜਾ ਬਿਹੇਵੀਅਰ ਸੀ, ਚਾਲ ਚੱਲਣ ਸੀ, ਢੰਗ ਸੀ, ਤਰੀਕਾ ਸੀ, ਉਸ ਦੇ ਵਿੱਚ ਕੁਝ ਪਰਿਵਰਤਨ ਆ ਗਿਆ। ਫੋਰ ਐਗਜ਼ਾਮਪਲ, ਤੁਹਾਨੂੰ ਪਹਿਲਾਂ ਕੀ ਸੀ, ਕੁਛ ਲਿਖਣਾ ਨਹੀਂ ਆਉਂਦਾ ਸੀ, ਤੁਸੀਂ ਉਸ ਦਾ ਅਭਿਆਸ ਕੀਤਾ, ਉਹ ਲਿਖਦੇ ਲਿਖਦੇ ਉਹ ਚੀਜ਼ ਆਪਣੇ ਸੁਭਾਅ ਦੇ ਵਿੱਚ ਆ ਗਈ, ਹੈ ਨਾ। ਆਪਾਂ ਹੁਣ ਕੀ ਕਰ ਰਹੇ ਹਾਂ, ਉਸ ਨੂੰ ਬਿਨਾਂ ਧਿਆਨ ਦਿੱਤੇ ਵੀ ਉਹ ਚੀਜ਼ ਨੂੰ ਆਪਾਂ ਕਰ ਰਹੇ ਹਾਂ। ਕੋਈ ਚੀਜ਼ ਲਿਖਣੀ ਸਿੱਖਣੀ ਸੀ, ਉਹ ਆਪਾਂ ਹੁਣ ਲਿਖ ਰਹੇ ਹਾਂ, ਨਾਲੇ ਆਪਣਾ ਹੁਣ ਉੱਤੇ ਚੰਗੀ ਤਰ੍ਹਾਂ ਧਿਆਨ ਨਹੀਂ, ਕਿਉਂਕਿ ਉਹ ਚੀਜ਼ ਆਪਣੇ ਸੁਭਾਅ ਦੇ ਵਿੱਚ ਰਲ ਗਈ ਆ ਕੇ, ਠੀਕ ਹੈ। ਤਾਂ ਵਿਵਹਾਰ ਦੇ ਵਿੱਚ ਆਪਣੇ ਵਿੱਚ ਪਰਿਵਰਤਨ ਆ ਗਿਆ, ਠੀਕ ਹੈ। ਅਤੇ ਇੱਛਾ ਅਨੁਸਾਰ ਆਇਆ ਇਹ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਮਤਲਬ ਜਿਹੜਾ ਸਿੱਖਣਾ ਇਹ ਇੱਛਾ ਅਨੁਸਾਰ ਹੁੰਦਾ ਹੈ, ਠੀਕ ਹੈ। ਅਤੇ ਇਸ ਤੋਂ ਬਾਅਦ ਹੈ ਜੀ, ਸਿੱਖਣਾ ਇੱਕ ਤਬਦੀਲੀ ਹੈ, ਚੇਂਜ ਹੈ, ਠੀਕ ਹੈ, ਵਿਕਾਸ ਹੈ, ਪ੍ਰਗਤੀ ਹੋ ਗਈ, ਹੈ ਨਾ। ਸੁਧਾਈ ਹੈ, ਮਤਲਬ ਕੁਝ ਸੋਧ ਆ ਜਾਣੀ, ਕੁਝ ਇੰਪਰੂਵਮੈਂਟ ਆ ਜਾਣੀ। ਸਮਾਯੋਜਨ ਹੈ, ਐਡਜਸਟਮੈਂਟ ਹੈ, ਮਤਲਬ, ਠੀਕ ਹੈ। ਵਿਸ਼ਾਲ ਅਤੇ ਵਿਆਪਕ ਹੈ, ਮਤਲਬ ਆਪਣੇ ਆਪ ਵਿੱਚ ਇੱਕ ਕਾਫੀ ਲੰਮਾ ਚੌੜਾ ਕਨਸੈਪਟ ਹੈ ਇਹ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਇਸ ਦਾ ਅਰਥ ਹੋ ਗਿਆ। ਹੁਣ ਉਸ ਤੋਂ ਬਾਅਦ ਸਿੱਖਣ ਦੀ ਆਪਾਂ ਵਿਸ਼ੇਸ਼ਤਾਵਾਂ ਸਮਝਦੇ ਹਾਂ। ਵਿਸ਼ੇਸ਼ਤਾਵਾਂ ਦੇ ਵਿੱਚ ਡਾਇਰੈਕਟ ਸਵਾਲ ਬਣਨ ਦੇ ਚਾਂਸ ਹੁੰਦੇ ਨੇ। ਦੇਖੋ ਜੀ, ਕੀ ਹੈ, ਸਭ ਤੋਂ ਪਹਿਲਾਂ ਤਾਂ ਜਿਹੜੀਆਂ ਇਸ ਦੀਆਂ ਵਿਸ਼ੇਸ਼ਤਾਵਾਂ ਨੇ ਉਹਨਾਂ ਦੇ ਵਿੱਚ ਜਿਹੜਾ ਸਿੱਖਣਾ ਸੁਚਾਰੂ ਢੰਗ ਨਾਲ ਵਾਪਰਨ ਵਾਲੀ ਪ੍ਰਕਿਰਿਆ ਹੈ। ਸੁਚਾਰੂ ਢੰਗ ਦਾ ਮਤਲਬ ਪਤਾ ਕੀ ਹੈ, ਇੱਕ ਸਿਸਟਮ ਬਣਾਉਣਾ ਪਏਗਾ, ਸਿਸਟਮੈਟਿਕ ਪ੍ਰੋਸੈਸ ਹੈ ਇਹ। ਫੋਰ ਐਗਜ਼ਾਮਪਲ, ਤੁਸੀਂ ਤੀਜੀ ਭਾਸ਼ਾ ਸਿੱਖਣੀ ਹੈ ਕੋਈ, ਤਾਂ ਉਸ ਦੇ ਲਈ ਤੁਹਾਨੂੰ ਉਸ ਭਾਸ਼ਾ ਦੀ ਵਕੈਬਲਰੀ ਵੀ ਕਰਨੀ ਪਵੇਗੀ। ਉਸ ਭਾਸ਼ਾ ਦੇ ਹੋ ਸਕਦਾ ਟੀਚਰ ਕੋਲ ਵੀ ਜਾਣਾ ਪਵੇ, ਜਾਂ ਕੋਈ ਉਸ ਤਰ੍ਹਾਂ ਦਾ ਸਾਧਨ ਖਰੀਦਣਾ ਪਵੇ, ਕੋਈ ਪੁਸਤਕ ਖਰੀਦਣੀ ਪਵੇ, ਕਿਸ ਚੀਜ਼ ਦੀ ਸਹਾਇਤਾ ਲੈਣੀ ਪਵੇਗੀ, ਪੂਰਾ ਇੱਕ ਸਿਸਟਮ ਤਿਆਰ ਕਰਨਾ ਪਏਗਾ। ਜਦ ਕਿ ਪਹਿਲੀ ਭਾਸ਼ਾ ਸਿੱਖਣ ਲਈ ਆਪਾਂ ਨੇ ਕੋਈ ਸਿਸਟਮ ਤਿਆਰ ਕੀਤਾ ਹੀ ਨਹੀਂ। ਪਹਿਲੀ ਭਾਸ਼ਾ ਕਿੱਥੋਂ ਸਿੱਖੀ ਆਪਾਂ ਨੇ, ਜਿਹੜੀ ਮਤਲਬ ਪੰਜਾਬ ਦੇ ਆਪਾਂ ਪੰਜਾਬੀ ਸਿੱਖੀ, ਤਾਂ ਕਿੱਥੇ ਤੋਂ ਸਿੱਖੀ ਦੱਸੋ, ਕਿਹੜੇ ਟੀਚਰ ਤੋਂ ਸਿੱਖੀ ਹੈ, ਦੱਸੋ ਕਿਹੜੀ ਕਿਤਾਬ ਪੜ੍ਹੀ ਹੈ। ਫਿਰ ਵੀ ਬੱਚਾ ਸਿੱਖ ਜਾਂਦਾ ਹੈ, ਕਿਉਂ? ਕਿਉਂਕਿ ਉਹ ਚੀਜ਼ ਨੂੰ ਗ੍ਰਹਿਣ ਕਰਦਾ ਹੈ। ਉਹ ਆਪਾਂ ਅੱਗੇ ਸਮਝਾਂਗੇ। ਤਾਂ ਸੁਚਾਰੂ ਢੰਗ ਦਾ ਮਤਲਬ ਕੀ ਸੀ, ਵੀ ਇੱਕ ਸਿਸਟਮ ਬਣਾਉਣਾ ਪੈਂਦਾ ਹੈ, ਪੂਰਾ ਇੱਕ ਸਿਸਟਮ ਬਣਾ ਕੇ ਫਿਰ ਇਹ ਪ੍ਰਕਿਰਿਆ ਜਿਹੜੀ ਉਹ ਵਾਪਰਦੀ ਹੈ, ਠੀਕ ਹੈ। ਤਾਂ ਇਹ ਕਿ ਇੱਕ ਸੁਚਾਰੂ ਢੰਗ ਨਾਲ ਵਾਪਰਨ ਵਾਲੀ ਪ੍ਰਕਿਰਿਆ, ਇੱਕ ਪੂਰਾ ਸਿਸਟਮ ਤਿਆਰ ਕਰਨਾ ਪਏਗਾ, ਫਿਰ ਇਹ ਪ੍ਰਕਿਰਿਆ ਵਾਪਰਦੀ ਹੈ, ਠੀਕ ਹੈ। ਜਿਵੇਂ ਸਕੂਲ ਹੈ, ਬੱਚੇ ਨੂੰ ਸਕੂਲ ਕਿਉਂ ਭੇਜਿਆ ਜਾਂਦਾ, ਉਹ ਦੂਜੀ ਤੀਜੀ ਭਾਸ਼ਾ ਸਿੱਖ ਜੇ, ਉਹ ਇੱਕ ਸਿਸਟਮ ਬਣਾਇਆ ਜਾਂਦਾ ਹੈ। ਇਸ ਤੋਂ ਬਾਅਦ ਗੱਲ ਆ ਗਈ ਜੀ, ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ, ਲਾਈਫ ਲੌਂਗ ਪ੍ਰੋਸੈਸ ਹੈ, ਠੀਕ ਹੈ, ਚੱਲਦੀ ਰਹਿੰਦੀ ਹੈ। ਇਹ ਤਾਂ ਇੱਕ ਆਮ ਜੀ ਗੱਲ ਹੈ। ਇਸ ਤੋਂ ਬਾਅਦ ਅਭਿਆਸ, ਪ੍ਰੈਕਟਿਸ ਇਸ ਦੇ ਵਿੱਚ ਸ਼ਾਮਲ ਹੁੰਦਾ ਹੈ, ਠੀਕ ਹੈ। ਜਦੋਂ ਆਪਾਂ ਕੋਈ ਚੀਜ਼ ਨੂੰ ਸਿੱਖਣਾ, ਉਸ ਦਾ ਆਪਾਂ ਨੂੰ ਵਾਰ-ਵਾਰ ਅਭਿਆਸ, ਪ੍ਰੈਕਟਿਸ ਉਸ ਦੀ ਕਰਨੀ ਪਵੇਗੀ। ਇਸ ਤਰ੍ਹਾਂ ਇਹ ਇਸ ਦੀ ਇੱਕ ਖਾਸੀਅਤ ਹੈ। ਇਸ ਤੋਂ ਬਿਨਾਂ ਇਹ ਸਪੇਖਿਤ ਸਥਿਰ, ਯਾਨੀ ਕਿ ਰਿਲੇਟਿਵਲੀ ਪਰਮਾਨੈਂਟ ਹੈ। ਇਸ ਦਾ ਮੀਨਿੰਗ ਇਹ ਹੁੰਦਾ ਹੈਗਾ ਕਿ ਜਿੰਨਾ ਚਿਰ ਆਪਾਂ ਇਸ 'ਤੇ ਰਿਲੇਸ਼ਨ 'ਚ ਰਹਾਂਗੇ, ਓਨਾ ਚਿਰ ਇਹ ਕੀ ਹੈ, ਕਹਿ ਸਕਦੇ ਹਾਂ ਕਿ ਆਪਾਂ ਸਿੱਖੀ ਚੱਲਾਂਗੇ। ਅਦਰਵਾਈਜ਼ ਇਹ ਚੀਜ਼ ਨੂੰ ਆਪਾਂ ਭੁੱਲਣਾ ਸ਼ੁਰੂ ਕਰ ਦਾਂਗੇ। ਫੋਰ ਐਗਜ਼ਾਮਪਲ, ਤੁਸੀਂ ਆਪਣੇ ਸਾਥੀਆਂ ਨੂੰ ਦੇਖਿਓ, ਮਤਲਬ ਤੁਸੀਂ ਉਹ ਮੰਨ ਕੇ ਚੱਲੋ, ਤੁਸੀਂ ਤੁਹਾਡਾ ਜਿਹੜਾ ਸਬਜੈਕਟ ਹੈਗਾ, ਠੀਕ ਹੈ, ਤੁਸੀਂ ਉਹ ਸਬਜੈਕਟ ਬਾਰੇ ਜਾਣਦੇ ਹੋ। ਫੋਰ ਐਗਜ਼ਾਮਪਲ, ਤੁਸੀਂ ਮੈਥ ਦੇ ਟੀਚਰ ਹੋ, ਠੀਕ ਹੈ, ਅੱਜ ਵੀ ਟੀਚਰ ਹੋ ਜਾਂ ਬਣਨ ਜਾ ਰਹੇ ਹੋ। ਤਾਂ ਤੁਸੀਂ ਮੈਥ ਦੇ ਫਾਰਮੂਲੇ ਤੁਹਾਨੂੰ ਯਾਦ ਨਹੀਂ, ਕਿਉਂਕਿ ਤੁਸੀਂ ਅੱਜ ਵੀ ਉਹ ਚੀਜ਼ ਨਾਲ ਰਿਲੇਟ ਕਰ ਰਹੇ ਹੋ ਸਕਦਾ ਤੁਸੀਂ ਗ੍ਰੈਜੂਏਸ਼ਨ 'ਚ ਮੈਥ ਕੀਤਾ, ਹੈ ਨਾ, ਤੁਸੀਂ ਅੱਜ ਬੱਚਿਆਂ ਨੂੰ ਪੜ੍ਹਾ ਰਹੇ ਹੋ, ਪੜ੍ਹ ਰਹੇ ਹੋ, ਤੁਸੀਂ ਉਹਦੇ ਰਿਲੇਸ਼ਨ 'ਚ ਹੋ ਮੈਥ ਦੇ, ਤਾਂ ਤੁਹਾਨੂੰ ਮੈਥ ਦੇ ਫਾਰਮੂਲੇ ਯਾਦ ਨਹੀਂ। ਜਦ ਕਿ ਹੋ ਸਕਦਾ ਵੀ ਤੁਹਾਡਾ ਕੋਈ ਸਾਥੀ ਜਿਹੜਾ 10ਵੀਂ ਤੋਂ ਬਾਅਦ ਸਟੱਡੀ ਕਰ ਗਿਆ, ਉਹਨੂੰ 10ਵੀਂ ਵਾਲੇ ਫਾਰਮੂਲੇ ਹੀ ਭੁੱਲ ਰਹੇ ਹੋਣਗੇ, ਕਿਉਂਕਿ ਉਹ ਚੀਜ਼ ਉਸਨੇ ਛੱਡ ਤੀ, ਉਹਦੇ ਰਿਲੇਸ਼ਨ 'ਚ ਨਹੀਂ ਹੋ ਰਿਹਾ। ਤਾਂ ਰਿਲੇਟਿਵਲੀ ਪਰਮਾਨੈਂਟ ਦਾ ਮਤਲਬ ਕੀ ਹੈ, ਵੀ ਜਿੰਨਾ ਚਿਰ ਆਪਾਂ ਇਸ ਦੇ ਰਿਲੇਸ਼ਨ 'ਚ ਰਹਾਂਗੇ, ਇਸ ਦੇ ਨਾਲ ਰਿਲੇਟ ਕਰਕੇ ਰੱਖਾਂਗੇ ਆਪਣੇ ਆਪ ਨੂੰ, ਉਨਾ ਚਿਰ ਆਪਾਂ ਸਿੱਖੀ ਚੱਲਾਂਗੇ। ਅਦਰਵਾਈਜ਼ ਇਹ ਚੀਜ਼ ਕਹਿ ਸਕਦੇ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਵੀ ਜੋ ਚੀਜ਼ ਆਪਾਂ 10ਵੀਂ 'ਚ ਸਿੱਖੀ ਸੀ, ਉਹ ਚੀਜ਼ ਆਪਾਂ ਭੁੱਲ ਗਏ, ਕਿਉਂ? ਕਿਉਂਕਿ ਆਪਾਂ ਉਹਦੇ ਰਿਲੇਸ਼ਨ 'ਚ ਨਹੀਂ ਰਹੇ। ਇਸੇ ਤਰ੍ਹਾਂ ਤੁਹਾਡੇ ਨਾਲ ਹੋਏਗਾ। ਫੋਰ ਐਗਜ਼ਾਮਪਲ, 10ਵੀਂ 'ਚ ਸਾਰੇ ਸਬਜੈਕਟ ਹੁੰਦੇ ਨੇ ਆਪਣੇ ਕੋਲ, ਠੀਕ ਹੈ, ਤਾਂ ਆਪਾਂ ਸਾਰੇ ਸਬਜੈਕਟ ਆਪਾਂ ਨੂੰ ਆਉਂਦੇ ਹੁੰਦੇ ਨੇ, ਪਰ ਉਸ ਤੋਂ ਬਾਅਦ 5 ਸਾਲਾਂ ਬਾਅਦ, 7 ਸਾਲਾਂ ਬਾਅਦ ਆਪਾਂ ਨੂੰ ਸਿਰਫ ਉਹੀ ਸਬਜੈਕਟ ਯਾਦ ਰਹਿੰਦਾ ਹੈ 10ਵੀਂ ਦਾ ਪੜ੍ਹਿਆ ਹੋਇਆ, ਜਿਹੜੇ ਦੇ ਆਪਾਂ ਟੱਚ 'ਚ ਹਾਂ।
ਹੋ ਸਕਦਾ ਆਪਾਂ ਮੈਥ ਦੇ ਟੀਚਰ ਆ, SST ਟੀਚਰ ਆ, ਕਿਸੇ ਵੀ ਤਰੀਕੇ ਨਾਲ ਜੋ ਵੀ ਸਬਜੈਕਟ ਦੇ ਟੀਚਰ ਆ ਉਹ ਸਬਜੈਕਟ ਯਾਦ ਰਹਿੰਦਾ ਹੈ। ਜਦ ਕਿ ਆਪਾਂ ਨੂੰ 10ਵੀਂ 'ਚ ਸਾਰੇ ਸਬਜੈਕਟ ਆਉਂਦੇ ਸੀ ਤਾਂ ਉਹ ਸਬਜੈਕਟ ਆਪਾਂ ਭੁੱਲ ਗਏ ਕਿਉਂਕਿ ਆਪਾਂ ਉਹਨਾਂ ਦੇ ਰਿਲੇਸ਼ਨ 'ਚ ਨਹੀਂ ਰਹੇ। ਤਾਂ ਇਸ ਤਰੀਕੇ ਨਾਲ ਇਹ ਪਰਮਾਨੈਂਟ ਤਾਂ ਹੈਗੇ ਪਰ ਰਿਲੇਟਿਵਲੀ ਪਰਮਾਨੈਂਟ ਹੈ। ਠੀਕ ਹੈ, ਇਸ ਤੋਂ ਬਾਅਦ ਗੱਲ ਆ ਗਈ ਕਿ ਇਸ਼ਕ ਹੈ, ਡਿਜ਼ਾਇਰੇਬਲ ਹੈ, ਕਿਸੇ ਨੂੰ ਧੱਕੇ ਨਾਲ ਨਹੀਂ ਮਤਲਬ ਕਿ ਸਿਖਾਇਆ ਜਾ ਸਕਦਾ। ਇਹ ਕਿ ਇੱਛਾ ਅਨੁਸਾਰ ਹੈ, ਸਾਹਮਣੇ ਵਾਲੀ ਦੀ ਇੱਛਾ ਹੈ ਫਿਰ ਹੀ ਉਹ ਸਿੱਖਦਾ ਹੈ, ਫਿਰ ਹੀ ਉਹ ਇੱਕ ਪੂਰਾ ਸੁਚਾਰੂ ਢੰਗ ਨੂੰ ਅਪਣਾਉਂਦਾ ਹੈ। ਠੀਕ ਹੈ ਜੀ, ਇਹ ਸਮਾਵੇਸ਼ੀ ਅਤੇ ਏਕੀਕ੍ਰਿਤ ਹੈ ਯਾਨੀ ਕਿ ਇਨਕਲੂਸਿਵ ਐਂਡ ਇੰਟੀਗ੍ਰੇਟਡ ਪ੍ਰੋਸੈਸ ਹੈ। ਸਾਰੀਆਂ ਕਿਰਿਆਵਾਂ ਇਸ ਦੇ ਵਿੱਚ ਸ਼ਾਮਲ ਨੇ। ਠੀਕ ਹੈ, ਇਹ ਇੱਕ ਇਨਕਲੂਸਿਵ ਪ੍ਰੋਸੈਸ ਹੈ, ਆਪਣੇ ਆਪ ਵਿੱਚ ਸਾਰੀਆਂ ਚੀਜ਼ਾਂ ਨੂੰ ਸਮਾਹਿਤ ਕਰਦਾ ਹੈ। ਇਸ ਤੋਂ ਬਾਅਦ ਗੱਲ ਆ ਗਈ ਅਰਥਪੂਰਨ ਹੈ, ਚੇਤਨ ਪ੍ਰਕਿਰਿਆ ਹੈ, ਚੇਤਨ ਪ੍ਰਕਿਰਿਆ ਨੂੰ ਸਮਝਿਓ। ਠੀਕ ਹੈ, ਕੌਨਸ਼ੀਅਸ ਪ੍ਰੋਸੈਸ ਹੈ, ਇੱਕ ਮੀਨਿੰਗਫੁੱਲ ਹੈ, ਮਤਲਬ ਕਿ ਜਿਹੜੀ ਚੀਜ਼ ਦਾ ਕੋਈ ਅਰਥ ਹੈ ਆਪਾਂ ਉਹ ਚੀਜ਼ ਹੀ ਸਿੱਖਦੇ ਹਾਂ, ਬਿਨਾਂ ਅਰਥ ਤੋਂ ਆਪਾਂ ਕੁਝ ਸਿੱਖ ਨਹੀਂ ਸਕਦੇ। ਠੀਕ ਹੈ, ਤਾਂ ਇਹ ਇੱਕ ਅਰਥਪੂਰਨ ਪ੍ਰਕਿਰਿਆ ਹੈ। ਚੇਤਨ ਦਾ ਮਤਲਬ ਵੀ ਆਪਾਂ ਨੂੰ ਪੂਰਾ ਚੇਤੰਨ ਹੋ ਕੇ ਪੂਰਾ ਸੁਰਤ ਧਿਆਨ ਪੂਰਾ ਲਗਾ ਕੇ ਟਿਕਾ ਕੇ ਫਿਰ ਇਹ ਚੀਜ਼ ਆਪਾਂ ਸਿੱਖ ਸਕਦੇ ਹਾਂ। ਇਹ ਨਹੀਂ ਹੈਗਾ ਵੀ ਆਪਣੇ ਆਪ ਇਹ ਚੀਜ਼ ਆਪਾਂ ਸਿੱਖ ਜਾਵਾਂਗੇ। ਤਾਂ ਇਸ ਦੇ ਲਈ ਆਪਾਂ ਨੂੰ ਕੁਝ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਕੁਝ ਯਤਨ ਕਰਨੇ ਪੈਣਗੇ। ਇਸ ਤਰ੍ਹਾਂ ਇਹ ਇੱਕ ਚੇਤਨ ਪ੍ਰਕਿਰਿਆ ਯਾਨੀ ਕਿ ਕੌਨਸ਼ੀਅਸ ਪ੍ਰੋਸੈਸ ਹੈ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਸ ਤੋਂ ਬਾਅਦ ਗੱਲ ਆ ਗਈ ਕਿ ਸਿੱਖਣ ਦੇ ਲਈ ਕੁਝ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਕਿ ਖੁਸ਼ਨੁਮਾ ਮਸਤ ਮਾਹੌਲ ਦੀ ਲੋੜ ਪੈਂਦੀ ਹੈ, ਫੈਮਲੀਅਰ ਇਨਵਾਇਰਮੈਂਟ ਦੀ ਲੋੜ ਪੈਂਦੀ ਹੈ, ਹੈ ਨਾ, ਪ੍ਰੇਰਨਾ ਦੀ ਲੋੜ ਪੈਂਦੀ ਹੈ, ਦਿਲਚਸਪੀ ਦੀ ਜ਼ਰੂਰਤ ਪੈਂਦੀ ਹੈ। ਤਾਂ ਇਹ ਸਭ ਚੀਜ਼ਾਂ ਦੀ ਲੋੜ ਪੈਂਦੀ ਹੈ ਕਾਹਦੇ ਲਈ? ਸਿੱਖਣ ਦੇ ਲਈ। ਆਪਾਂ ਸਿੱਖਣ ਵਾਲੀ ਗੱਲ ਕਰ ਰਹੇ ਹਾਂ, ਉਸ ਤੋਂ ਬਾਅਦ ਗ੍ਰਹਿਣ ਵਾਲੀ ਕਰਾਂਗੇ ਜਦੋਂ ਇਹ ਚੀਜ਼ ਨਾਲ ਤੁਸੀਂ ਰਿਲੇਟ ਕਰ ਪਾਓਗੇ ਉਦੋਂ। ਠੀਕ ਹੈ, ਤਾਂ ਇੱਥੇ ਗੱਲ ਆ ਗਈ ਇੱਕ ਪ੍ਰੇਰਨਾ ਦੀ। ਪ੍ਰੇਰਨਾ ਜਿਹੜੀ ਉਹ ਦੋ ਤਰੀਕੇ ਨਾਲ ਹੋ ਸਕਦੀ ਹੈ, ਬਾਹਰੀ ਪ੍ਰੇਰਨਾ, ਅੰਦਰੂਨੀ ਪ੍ਰੇਰਨਾ। ਫੋਰ ਐਗਜ਼ਾਮਪਲ ਤੁਸੀਂ ਅੱਜ ਮੈਂ ਐਗਜ਼ਾਮਪਲ ਲੈ ਲਾਂ, ਹੁਣ ਤੁਹਾਨੂੰ ਕੀ ਲੱਗਦਾ ਹੈ ਵੀ ਆਪਣੇ ਪੰਜਾਬ ਵਾਲੇ ਨੇ ਜਿਹੜੇ ਉਹ ਆਈਲੈਟਸ ਕਿਉਂ ਕਰਦੇ ਨੇ? ਵੀ ਉਹ ਆਈਲੈਟਸ ਤਾਂ ਕਰਦੇ ਨੇ ਵੀ ਉਹਨਾਂ ਨੂੰ ਸਿੱਖਣ ਦਾ ਸ਼ੌਂਕ ਹੈ, ਵੀ ਉਹਨਾਂ ਨੂੰ ਪੰਜਾਬੀ ਬੋਲਣੀ ਵਧੀਆ ਨਹੀਂ ਲੱਗਦੀ ਸੁਣ, ਉਹ ਸੋਚਦੇ ਯਾਰ ਇੰਗਲਿਸ਼ ਬੋਲਿਆ ਕਰਾਂਗੇ, ਵੀ ਤਾਂ ਕਰਦੇ ਨੇ। ਸ਼ੌਂਕ ਵਜੋਂ ਨਹੀਂ ਉਹ ਕਰਦੇ, ਉਹ ਕਿਉਂ ਕਰਦੇ ਨੇ? ਤਾਂ ਕਿ ਆਈਲੈਟਸ ਕਰੀਏ, ਬਾਹਰ ਜਾਈਏ, ਬਾਹਰ ਦੀ ਭਾਸ਼ਾ ਸਿੱਖੀਏ, ਕੋਈ ਵੀ ਤਰੀਕੇ ਨਾਲ ਹੋਰ ਭਾਸ਼ਾ ਸਿੱਖੀਏ, ਉੱਥੇ ਜਾ ਕੇ ਆਪਾਂ ਨੌਕਰੀ ਕਰੀਏ, ਕੰਮ ਕਰੀਏ, ਪੈਸੇ ਕਮਾਈਏ। ਉਹਨਾਂ ਦੀ ਲੋੜ ਹੈ ਉਹ। ਤਾਂ ਉਹ ਕੀ ਹੈ? ਸਭ ਬਾਹਰੀ ਪ੍ਰੇਰਨਾ ਹੈ। ਉਹ ਸਿੱਖ ਰਹੇ ਨੇ, ਲੈਂਗੁਏਜ ਨੂੰ ਸਿੱਖ ਰਹੇ ਨੇ, ਭਾਸ਼ਾ ਨੂੰ ਸਿੱਖ ਰਹੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਬਾਹਰੀ ਪ੍ਰੇਰਨਾ ਮਿਲੀ। ਇਸੇ ਤਰ੍ਹਾਂ ਹੁਣ ਮੰਨ ਕੇ ਚੱਲੋ ਕੋਈ ਕਹਿੰਦਾ ਯਾਰ ਵੀ ਮੈਨੂੰ ਫਲਾਣੀ ਭਾਸ਼ਾ ਬੋਲਣੀ ਵਧੀਆ ਲੱਗਦੀ ਹੈ, ਮੈਂ ਸਿੱਖ ਰਿਹਾ, ਮੈਨੂੰ ਸ਼ੌਂਕ ਹੈ ਉਸ ਦਾ, ਮੈਂ ਉਸ ਦੇ ਨਾਲ ਰਿਲੇਟਡ ਕਿਤਾਬਾਂ ਪੜ੍ਹ ਰਿਹਾ, ਤਾਂ ਉਹ ਅੰਦਰੂਨੀ ਪ੍ਰੇਰਨਾ ਹੋ ਸਕਦੀ ਹੈ। ਪਰ ਜਿਹੜੇ ਕਰਦੇ ਨੇ ਵੀ ਮੈਨੂੰ ਜੋਬ ਮਿਲ ਜੂਗੀ, ਮੈਂ ਇਹ ਭਾਸ਼ਾ ਸਿੱਖ ਲਈ, ਵੀ ਜੇ ਮੈਂ ਇੰਗਲਿਸ਼ ਬੋਲਣੀ ਸਿੱਖ ਲਈ, ਸਪੀਕਿੰਗ ਇੰਗਲਿਸ਼ ਕਿਉਂ ਸਿੱਖਦੇ ਨੇ ਬਹੁਤੇ? ਤਾਂ ਕਿ ਮੈਨੂੰ ਇੱਕ ਵਧੀਆ ਨੌਕਰੀ ਮਿਲ ਸਕੇ। ਤਾਂ ਇਹ ਬਾਹਰੀ ਪ੍ਰੇਰਨਾ ਹੈ। ਤਾਂ ਇਸ ਤਰ੍ਹਾਂ ਪ੍ਰੇਰਨਾ ਵੀ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਸਿੱਖਣ ਦੇ ਵਿੱਚ। ਇਸ ਤੋਂ ਬਾਅਦ ਗੱਲ ਕਰਦੇ ਆਪਾਂ ਭਾਸ਼ਾ ਕੌਸ਼ਲਾਂ ਦੀ, ਯਾਨੀ ਕਿ ਯੂਜ਼ ਲੈਂਗੁਏਜ ਸਕਿੱਲ, ਮਤਲਬ ਕਿ ਜਿਹੜੀਆਂ ਆਪਣੀਆਂ ਲੈਂਗੁਏਜ ਸਕਿੱਲਸ ਨੇ, ਜਿਵੇਂ LSRW ਪੜ੍ਹਦੇ ਹੁੰਦੇ ਆਪਾਂ, ਹੈ ਨਾ। ਮੈਂ ਦੇਖੋ ਲਿਸਨਿੰਗ, ਦੇਖੋ ਜੀ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ, ਆਪਾਂ ਇਹ 4 ਸਕਿੱਲਸ ਨੇ ਜੋ ਆਪਾਂ ਅੱਗੇ ਡਿਟੇਲ 'ਚ ਪੜ੍ਹਾਂਗੇ ਨੈਕਸਟ ਕਲਾਸਿਸ ਦੇ ਵਿੱਚ। ਠੀਕ ਹੈ, ਤਾਂ ਦੇਖੋ ਭਾਸ਼ਾ ਕੌਸ਼ਲਾਂ ਦੀ ਵਰਤੋਂ ਇਸ ਦੇ ਵਿੱਚ ਖੂਬ ਹੁੰਦੀ ਹੈ। ਮਤਲਬ ਕਿ ਬੱਚੇ ਨੇ ਸੁਣਨਾ, ਬੋਲਣਾ, ਹੈ ਨਾ, ਪੜ੍ਹਨਾ, ਲਿਖਣਾ, ਇਹ ਸਾਰੇ ਕੌਸ਼ਲ ਨੇ ਜਿਹੜੇ ਇਸ ਦੇ ਵਿੱਚ ਯੂਜ਼ ਹੁੰਦੇ ਨੇ। ਇਹਨਾਂ ਦੀ ਜਦੋਂ ਵਰਤੋਂ ਹੁੰਦੀ ਹੈ ਫਿਰ ਹੀ ਇੱਕ ਸਿੱਖਣ ਦੀ ਪ੍ਰਕਿਰਿਆ ਵਾਪਰਦੀ ਹੈ। ਸਿਖਿਆਰਥੀ ਕੇਂਦਰਿਤ ਵਾਤਾਵਰਨ ਬਣਾ ਕੇ ਸਿੱਖਿਆ ਜਾ ਸਕਦਾ ਹੈ। ਮਤਲਬ ਕਿ ਵਾਤਾਵਰਨ ਜਿਹੜਾ ਉਹ ਸਿਖਿਆਰਥੀ ਦੇ ਕੇਂਦਰ 'ਚ ਹੋਵੇ। ਇਹਦੇ ਬਾਰੇ ਆਪਾਂ ਅੱਗੇ ਵੀ ਪੜ੍ਹਾਂਗੇ। ਠੀਕ ਹੈ, ਅਤੇ ਇਸ ਤੋਂ ਬਾਅਦ ਵੱਖ-ਵੱਖ ਯਤਨ, ਢੰਗ, ਤਰੀਕੇ ਇਸ ਦੇ 'ਚ ਸ਼ਾਮਲ ਹੁੰਦੇ ਨੇ। ਠੀਕ ਹੈ ਜੀ, ਮਤਲਬ ਕਿ ਇੱਕ ਢੰਗ ਅਪਣਾਉਣਾ ਪਵੇਗਾ, ਕੋਈ ਤਰੀਕਾ ਅਪਣਾਉਣਾ ਪਏਗਾ। ਠੀਕ ਹੈ, ਤਾਂ ਫਿਰ ਹੀ ਇਹ ਪ੍ਰਕਿਰਿਆ ਜਿਹੜੀ ਉਹ ਵਾਪਰ ਸਕਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਸਿੱਖਣ ਦੇ ਅਲੱਗ-ਅਲੱਗ ਐਸਪੈਕਟ ਹੁੰਦੇ ਨੇ। ਜੋ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਵਾਲੀ ਹੈ ਉਹ ਵੀ ਇਸ ਚੀਜ਼ ਦੀ ਗੱਲ ਕਰਦੀ ਹੈ, ਕੈਪ ਦੀ ਗੱਲ ਕਰਦੀ ਹੈ ਉਹ। ਕੈਪ ਕੀ ਹੈ? ਕੋਗਨੀਟਿਵ, ਅਫੈਕਟਿਵ ਅਤੇ ਸਾਈਕੋਮੋਟਰ। ਠੀਕ ਹੈ ਜੀ, ਤਾਂ ਇਸ ਦੀ ਇੱਕ ਸ਼ਾਰਟ ਫਾਰਮ ਹੈ ਕੈਪ। ਤਾਂ ਇਸ ਦੇ ਵਿੱਚ ਕੀ ਹੈ ਵੀ ਜਿਹੜਾ ਸਿੱਖਣਾ ਉਹ ਸਾਰੇ ਐਸਪੈਕਟਸ ਤੋਂ ਹੁੰਦਾ ਹੈ। ਠੀਕ ਹੈ, ਜਿਵੇਂ ਕਿ ਕੋਗਨੀਟਿਵ ਯਾਨੀ ਕਿ ਆਪਣੇ ਗਿਆਨਾਤਮਕ ਹੋ ਗਿਆ, ਹੈ ਨਾ, ਗਿਆਨ ਪ੍ਰਾਪਤ ਕਰਨਾ ਹੋ ਗਿਆ। ਅਫੈਕਟਿਵ ਸੰਵੇਗਾਂ ਨਾਲ ਹੋ ਗਿਆ। ਇਸ ਤੋਂ ਬਿਨਾਂ ਸਾਈਕੋਮੋਟਰ ਜਿਹੜਾ ਇਹ, ਜਿਹਨੂੰ ਆਪਾਂ ਕੋਗਨੀਟਿਵ ਵੀ ਕਹਿ ਦਿੰਦੇ ਹਾਂ, ਇਹ ਕੁਸ਼ਲਤਾਵਾਂ ਅਤੇ ਆਦਤਾਂ ਨੂੰ ਗ੍ਰਹਿਣ ਕਰਨਾ ਹੋ ਗਿਆ। ਠੀਕ ਹੈ, ਤਾਂ ਇਹ ਇਸ 'ਤੇ ਕੁਝ ਐਸਪੈਕਟ ਨੇ, ਬਸ ਇੰਨਾ ਹੀ ਕਾਫੀ ਇਸ ਦੇ ਲਈ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਭਾਸ਼ਾ ਸਿੱਖਣ ਦੇ ਸਾਧਨ ਕਿਹੜੇ-ਕਿਹੜੇ ਨੇ। ਇੱਥੇ ਤੋਂ ਕੁਐਸਚਨ ਬਣਦਾ ਹੈ। ਤਾਂ ਦੇਖੋ ਭਾਸ਼ਾ ਸਿੱਖਣ ਦੇ ਲਈ ਹੋ ਸਕਦਾ ਬੱਚਾ ਸਕੂਲ ਜਾਵੇ, ਕੋਈ ਵੀ ਸੰਸਥਾ ਜੁਆਇਨ ਕਰੀਏ। ਮੈਂ ਤੁਹਾਨੂੰ ਉਦਾਹਰਨ ਦਿੱਤੀ ਵੀ ਆਈਲੈਟਸ ਸੈਂਟਰ ਨੇ, ਹੈ ਨਾ, ਆਈਲੈਟਸ ਸੈਂਟਰ ਦੇ ਵਿੱਚ ਜਾਂਦੇ ਨੇ ਬੱਚੇ। ਤਾਂ ਉਹ ਕਿਉਂ ਜਾਂਦੇ ਨੇ? ਭਾਸ਼ਾ ਸਿੱਖਣ ਦੇ ਲਈ। ਠੀਕ ਹੈ ਜੀ, ਤਾਂ ਇਹ ਇੱਕ ਸਾਧਨ ਹੈ। ਪੁਸਤਕਾਂ ਹੋ ਸਕਦਾ ਹੈ, ਸਾਹਿਤ ਹੋ ਸਕਦਾ ਹੈ, ਲਿਟਰੇਚਰ ਪੜ੍ਹ ਰਹੇ ਹਾਂ ਆਪਾਂ ਕਿਸੇ ਭਾਸ਼ਾ ਦਾ, ਤਾਂ ਕਿ ਉਹ ਭਾਸ਼ਾ ਨੂੰ ਵਧੀਆ ਤਰੀਕੇ ਨਾਲ ਸਿੱਖ ਸਕੀਏ। ਵੋਕੈਬਲਰੀ ਹੋ ਸਕਦੀ ਹੈ, ਰਸਾਲੇ ਹੋ ਸਕਦੇ ਨੇ, ਸੋਸ਼ਲ ਮੀਡੀਆ ਹੋ ਸਕਦਾ ਹੈ, ਭਾਸ਼ਾ ਲੈਬਸ ਹੋ ਸਕਦੀਆਂ ਨੇ, ਹੈ ਨਾ। ਜਿਵੇਂ ਆਈਲੈਟਸ ਵਾਲੇ ਕਰਦੇ ਨੇ, ਉਹ ਉਹਨਾਂ ਨੂੰ ਕੀ ਕਰਦੇ ਨੇ, ਉਹਨਾਂ ਦੇ ਹੈੱਡਫੋਨ ਜਲਾ ਦਿੰਦੇ ਨੇ ਤਾਂ ਕਿ ਉਹ ਇੰਗਲਿਸ਼ ਨੂੰ ਬੋਲਣੀ
ਪਹਿਲਾਂ ਸੁਣਨ ਵੀ ਹੋਰ ਕੋਈ ਕਿਵੇਂ ਬੋਲ ਰਿਹਾ ਉਸ ਨੂੰ ਸੁਣਨ, ਜਦੋਂ ਉਹ ਸੁਣਨਗੇ ਫਿਰ ਉਹਨੂੰ ਸਿੱਖਣਗੇ, ਉਹ ਕਿਸੇ ਨੂੰ ਬੋਲਦੇ ਨੂੰ ਦੇਖਣਗੇ, ਹੈ ਨਾ। ਇਸ ਤਰੀਕੇ ਨਾਲ ਵੀ ਉਹ ਚੀਜ਼ਾਂ ਕੀ ਕਰਦੀਆਂ ਨੇ, ਇਫੈਕਟ ਪਾਉਂਦੀਆਂ ਨੇ, ਹੈ ਨਾ। ਤਾਂ ਇਸ ਤਰ੍ਹਾਂ ਦੇਖਣ ਸੁਣਨ ਦੇ ਸਾਧਨ ਹੋ ਗਏ, ਇਹ ਸਭ ਕੀ ਨੇ, ਭਾਸ਼ਾ ਸਿੱਖਣ ਦੇ ਸਾਧਨ ਨੇ, ਠੀਕ ਹੈ ਜੀ। ਇਹ ਜਿਹੜੇ ਸਾਧਨ ਨੇ, ਇੱਥੇ ਇੱਕ ਵੀ ਗੱਲ ਹੋਰ ਵੀ ਯਾਦ ਰੱਖੋ, ਇਹ ਸਾਧਨ ਪਤਾ ਕਿਉਂ ਵਰਤੇ ਜਾਂਦੇ ਨੇ, ਤਾਂ ਕਿ ਆਪਾਂ ਉਸ ਤਰ੍ਹਾਂ ਦਾ ਵਾਤਾਵਰਨ ਕ੍ਰੀਏਟ ਕਰ ਦਈਏ। ਉਹ ਵਾਤਾਵਰਨ ਜਦੋਂ ਕ੍ਰੀਏਟ ਕਰਤਾ ਫਿਰ ਆਪਾਂ ਉੱਥੇ ਦੀ ਭਾਸ਼ਾ ਨੂੰ ਸਿੱਖ ਲਾਂਗੇ, ਠੀਕ ਹੈ। ਇਹ ਸਭ ਨੇ। ਅਤੇ ਇੱਕ ਗੱਲ ਹੋਰ ਯਾਦ ਰੱਖੋ, ਜਿਹੜੀ ਮਾਤ ਭਾਸ਼ਾ ਹੈ ਉਹ ਗ੍ਰਹਿਣ ਕੀਤੀ ਜਾਂਦੀ ਹੈ, ਠੀਕ ਹੈ। ਇਸ ਤੋਂ ਬਿਨਾਂ ਦੂਜੀ ਤੀਜੀ ਭਾਸ਼ਾ ਜਿਹੜੀ ਉਹ ਸਿੱਖੀ ਜਾਂਦੀ ਹੈ, ਮਤਲਬ ਕਿ ਉਸ ਦੇ ਵਿੱਚ ਸਿੱਖਣ ਦੀ ਪ੍ਰਕਿਰਿਆ ਵਾਪਰਦੀ ਹੈ, ਦੂਜੀ ਤੀਜੀ ਭਾਸ਼ਾ ਜਾਂ ਉਸ ਤੋਂ ਬਿਨਾਂ ਕੋਈ ਵੀ, ਠੀਕ ਹੈ। ਅਤੇ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਦੂਜੀ ਤੀਜੀ ਜਾਂ ਕਿੰਨਵੀਂ ਭਾਸ਼ਾ ਪਹਿਲੀ ਭਾਸ਼ਾ ਨੂੰ ਛੱਡ ਕੇ, ਉਹ ਸਾਰੀਆਂ ਭਾਸ਼ਾਵਾਂ ਵੀ ਗ੍ਰਹਿਣ ਕੀਤੀਆਂ ਜਾ ਸਕਦੀਆਂ ਸੀ, ਪਰ ਕੀ ਕੰਡੀਸ਼ਨ ਹੈ ਵੀ ਉਸ ਤਰ੍ਹਾਂ ਦਾ ਵਾਤਾਵਰਨ ਜੇ ਮਿਲ ਜੇ। ਫੋਰ ਐਗਜ਼ਾਮਪਲ, ਪੰਜਾਬ ਦਾ ਕੋਈ ਬੱਚਾ ਹੈ, ਉਸ ਦੇ ਭੈਣ ਭਾਈ ਨੇ ਜਿਹੜੇ ਉਹ ਕੀ ਕਰਦੇ ਨੇ, ਪੰਜਾਬੀ ਨੇ, ਪੰਜਾਬੀ ਬੋਲਦੇ ਨੇ, ਪਰ ਉਹਨਾਂ ਦੇ ਇੱਕ ਛੋਟੇ ਭੈਣ ਭਾਈ ਨੇ ਜਨਮ ਲਿਆ, ਉਸ ਨੂੰ ਜਨਮ ਲੈਂਦੇ ਸਾਰ ਹੀ ਕਿਤੇ ਅਜਿਹੀ ਥਾਂ 'ਤੇ ਛੱਡਤਾ, ਅਜਿਹੀ ਥਾਂ 'ਤੇ ਭੇਜਤਾ ਪਲਣ ਦੇ ਲਈ, ਅਜਿਹੀ ਥਾਂ 'ਤੇ ਸ਼ਿਫਟ ਕਰਾਤਾ ਕਿ ਉਸ ਨੂੰ ਮਾਹੌਲ ਮਿਲ ਗਿਆ ਜਿੱਥੇ ਦੇ ਮਤਲਬ ਕਿ ਲੋਕ ਸੀ ਅੰਗਰੇਜ਼ੀ ਬੋਲਦੇ ਸੀ। ਤਾਂ ਹੁਣ ਉਸ ਦੇ ਚਾਹੇ ਭੈਣ ਭਾਈ ਪੰਜਾਬੀ ਬੋਲਦੇ ਨੇ, ਉਸ ਦਾ ਪਰਿਵਾਰ ਪੰਜਾਬੀ ਬੋਲਦਾ ਸੀ, ਪਰ ਉਸਨੂੰ ਅਜਿਹੀ ਥਾਂ 'ਤੇ ਸ਼ਿਫਟ ਕਰਤਾ ਬੱਚੇ ਨੂੰ ਜਿੱਥੇ ਅੰਗਰੇਜ਼ੀ ਬੋਲਦੇ ਸੀ, ਉਹਨੂੰ ਵਾਤਾਵਰਨ ਮਿਲ ਗਿਆ, ਤਾਂ ਉਹ ਜੰਮਦਾ ਹੀ ਅੰਗਰੇਜ਼ੀ ਬੋਲੇਗਾ। ਸਮਝ ਗਏ। ਇਸ ਤਰ੍ਹਾਂ ਹੋਰ ਭਾਸ਼ਾ ਨੂੰ ਵੀ ਗ੍ਰਹਿਣ ਕੀਤਾ ਜਾ ਸਕਦਾ, ਪਰ ਉਸ ਦੇ ਲਈ ਵਾਤਾਵਰਨ ਨੇਚਰਲੀ ਚਾਹੀਦਾ, ਠੀਕ ਹੈ। ਗੱਲ ਕਰਦੇ ਹਾਂ ਆਪਾਂ ਕਿ ਭਾਸ਼ਾ ਸਿੱਖਣ ਦੇ ਪ੍ਰਭਾਵਸ਼ਾਲੀ ਢੰਗ ਕਿਹੜੇ ਕਿਹੜੇ ਨੇ, ਇੱਥੇ ਤੋਂ ਕੁਐਸਚਨ ਬਣਦਾ। ਤਾਂ ਦੇਖੋ ਜੀ, ਪ੍ਰਭਾਵਸ਼ਾਲੀ ਢੰਗ ਪੁੱਛ ਲੈਣ ਤਾਂ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਿਸ ਦੇ ਵਿੱਚ ਸਭ ਤੋਂ ਚੰਗਾ ਵਾਤਾਵਰਨ ਦੀ ਗੱਲ ਕੀਤੀ ਗਈ ਹੈ, ਵਿਦਿਆਰਥੀ ਦੀ ਸ਼ਮੂਲੀਅਤ ਦੀ ਗੱਲ ਕੀਤੀ ਗਈ ਹੈ, ਸਿਖਿਆਰਥੀ ਕੇਂਦਰਿਤ ਤਰੀਕੇ ਦੀ ਗੱਲ ਕੀਤੀ ਗਈ ਹੋਵੇ, ਭਾਸ਼ਾ ਨੂੰ ਵਰਤ ਕੇ ਉਸ ਦਾ ਪ੍ਰਯੋਗ ਕਰਕੇ ਸਿੱਖਣ ਦੀ ਗੱਲ ਕੀਤੀ ਗਈ ਹੋਵੇ, ਆਮ ਜ਼ਿੰਦਗੀ ਨਾਲ ਸੰਬੰਧਿਤ ਕਰਕੇ ਸਿੱਖਣ ਦੀ ਗੱਲ ਕੀਤੀ ਗਈ ਹੋਵੇ, ਭਾਸ਼ਾਈ ਮੌਕੇ ਮਤਲਬ ਕਿ ਬੋਲਣ ਦਾ, ਲਿਖਣ ਦਾ, ਹੈ ਨਾ, ਇਸ ਤਰ੍ਹਾਂ ਪ੍ਰਯੋਗ ਦੇ ਮੌਕੇ ਦਿੱਤੇ ਗਏ ਹੋਣ, ਇਹ ਗੱਲ ਕੀਤੀ ਗਈ ਹੋਵੇ, ਤਾਂ ਉਹ ਆਪਸ਼ਨ ਸਭ ਤੋਂ ਬੈਸਟ ਹੁੰਦੀ ਹੈ, ਠੀਕ ਹੈ। ਮੈਂ ਤੁਹਾਨੂੰ ਇਹਦੇ ਲਈ ਮਤਲਬ ਕੋਈ ਚੀਜ਼ ਫਿਕਸ ਨਹੀਂ ਕੀਤੀ ਜਾ ਸਕਦੀ, ਸਿਰਫ ਆਪਣਾ ਮਾਈਂਡ ਸੈੱਟ ਤਿਆਰ ਕੀਤਾ ਜਾ ਸਕਦਾ ਹੈ ਵੀ ਜਦੋਂ ਤੁਹਾਨੂੰ ਪੁੱਛ ਲੈਣ ਭਾਸ਼ਾ ਸਿੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਕਿਹੜਾ ਹੈ, ਤੁਸੀਂ ਇੱਕ ਚੀਜ਼ ਨੂੰ ਧਿਆਨ ਦੇ 'ਚ ਰੱਖਣਾ ਵੀ ਉਹ ਢੰਗ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੋਏਗਾ ਜਿਸ ਦੇ ਵਿੱਚ ਸਿੱਖਣ ਵਾਲਾ ਸ਼ਾਮਲ ਹੈ, ਸਿੱਖਣ ਵਾਲੇ ਨੂੰ ਉਤਸ਼ਾਹਿਤ ਕੀਤਾ ਗਿਆ, ਸਿੱਖਣ ਵਾਲਾ ਭਾਸ਼ਾ ਨੂੰ ਵਰਤ ਰਿਹਾ ਹੈ, ਉਹ ਐਕਟਿਵ ਹੈ, ਚੰਗੇ ਵਾਤਾਵਰਨ ਦੀ ਗੱਲ ਹੈ, ਵਿਦਿਆਰਥੀ ਕੇਂਦਰਿਤ ਹੋਣ ਦੀ ਗੱਲ ਹੈ, ਪ੍ਰਯੋਗ ਕਰਨ ਦੀ ਗੱਲ ਹੈ, ਉਹ ਆਪਸ਼ਨ ਸਭ ਤੋਂ ਬੈਸਟ ਹੋਏਗੀ। ਅਤੇ ਕਿਹੜੀਆਂ ਕਿਹੜੀਆਂ ਆਪਸ਼ਨਾਂ ਵੱਲ ਨਹੀਂ ਜਾਣਾ ਉਹ ਵੀ ਸੁਣੋ। ਦੇਖੋ ਜੀ, ਇੱਕ ਗੱਲ ਆ ਜੇ ਰੱਟਾ ਲਗਾਉਣ ਦੀ, ਵੀ ਭਾਸ਼ਾ ਦੀ ਵਿਆਕਰਨ ਦਾ ਰੱਟਾ ਲਾਉਣਾ, ਉਹ ਨੈਗੇਟਿਵ ਆਪਸ਼ਨ ਹੋ ਜਾਂਦੀ, ਇਸ ਤਰ੍ਹਾਂ ਦੀ ਨੂੰ ਕੱਟ ਦਿਆ ਕਰੋ। ਜੇ ਗੱਲ ਆ ਜੇ ਨਿਯਮਾਂ ਨੂੰ ਯਾਦ ਕਰਨ ਦੀ, ਉਹ ਕੱਟ ਦਿਆ ਕਰੋ। ਜੇਕਰ ਗੱਲ ਆ ਜੇ ਵੀ ਕਿਸੇ ਚੀਜ਼ ਨੂੰ ਵਾਰ-ਵਾਰ ਬੋਲਿਆ ਜਾ ਰਿਹਾ ਹੈ, ਤਾਂ ਉਹ ਚੀਜ਼ ਵੀ ਨੈਗੇਟਿਵ 'ਚ ਵਗ ਜਾਂਦੀ ਹੈ, ਤਾਂ ਉਸ ਤਰ੍ਹਾਂ ਦੀ ਆਪਸ਼ਨ ਨਾਲ ਨਹੀਂ ਜਾਣਾ ਹੁੰਦਾ। ਸਭ ਤੋਂ ਵਧੀਆ ਜੇਕਰ ਗੱਲ ਆ ਜੇ ਵੀ ਉਸ 'ਤੇ ਕੁੱਟ ਮਾਰ ਕੇ ਪੜ੍ਹਾਉਣ ਦੀ, ਉਹ ਘੱਟ ਜਾਂਦੀਆਂ ਨੇ ਆਪਸ਼ਨਾਂ। ਉਸ ਤਰੀਕੇ ਨਾਲ ਭਾਸ਼ਾ ਨਹੀਂ ਸਿੱਖੀ ਜਾਂਦੀ, ਇਹਨਾਂ ਤਰੀਕਿਆਂ ਨਾਲ ਸਿੱਖੀ ਜਾਂਦੀ, ਇਹ ਢੰਗ ਨੇ ਕੁਝ, ਠੀਕ ਹੈ। ਤਾਂ ਇਸ ਤਰ੍ਹਾਂ ਦੀਆਂ ਗੱਲ ਕਰਨ ਦਾ ਮਤਲਬ ਆਪਣੀ ਸੈਂਸ ਬਣਾਉਣਾ ਹੁੰਦਾ ਹੈ। ਡਾਇਰੈਕਟ ਕੀਵਰਡ ਨਹੀਂ ਵੀ ਆਉਂਦਾ ਤਾਂ ਤੁਸੀਂ ਸੈਂਸ ਕ੍ਰੀਏਟ ਕਰ ਲਓ ਆਪਣੀ, ਠੀਕ ਹੈ। ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗ੍ਰਹਿਣ ਕਰਨਾ, ਐਕੁਜੀਸ਼ਨ, ਜਿਸ ਨੂੰ ਆਪਾਂ ਭਾਸ਼ਾ ਗ੍ਰਹਿਣ, ਅਰਜਿਤ, ਠੀਕ ਹੈ, ਜਾਂ ਫਿਰ ਕਹਿ ਸਕਦੇ ਹਾਂ ਆਪਾਂ ਪ੍ਰਾਪਤ ਕਰਨਾ ਕਹਿ ਸਕਦੇ ਹਾਂ। ਅਲੱਗ-ਅਲੱਗ ਸ਼ਬਦ ਵਰਤੇ ਜਾ ਸਕਦੇ ਨੇ, ਪਤਾ ਹੀ ਨਹੀਂ ਪੇਪਰ ਵਾਲਿਆਂ ਦਾ ਕਿਹੜਾ ਸ਼ਬਦ ਪਾ ਦੇਣ। ਪ੍ਰਾਪਤੀ, ਭਾਸ਼ਾ ਪ੍ਰਾਪਤੀ, ਗ੍ਰਹਿਣ ਕਰਨਾ, ਅਰਜਿਤ ਕਰਨਾ, ਕੁਛ ਵੀ ਪੁੱਛ ਸਕਦੇ ਨੇ, ਠੀਕ ਹੈ। ਅਤੇ ਇਸ ਤੋਂ ਬਾਅਦ ਇੱਥੇ ਇਹ ਗੱਲ ਸਮਝੋ ਕਿ ਜਿਹੜਾ ਕੁਦਰਤੀ ਤੌਰ 'ਤੇ ਬਿਨਾਂ ਕਿਸੇ ਸੁਚਾਰੂ ਢੰਗ ਦੇ ਸਿੱਖਣ ਨੂੰ ਗ੍ਰਹਿਣ ਕਰਨਾ ਆਖਦੇ ਨੇ। ਆਪਾਂ ਨੇ ਸਿੱਖਣ ਪੜ੍ਹਿਆ ਸੀ ਨਾ, ਲਰਨਿੰਗ ਪੜ੍ਹੀ ਸੀ ਆਪਾਂ ਨੇ, ਉਹਦੇ ਵਿੱਚ ਕੀ ਸੀ, ਇੱਕ ਸਿਸਟਮ ਅਪਣਾਇਆ ਜਾ ਰਿਹਾ ਸੀ। ਇਹਦੇ ਵਿੱਚ ਸਿਸਟਮ ਨਹੀਂ ਬਣਾਇਆ ਜਾ ਰਿਹਾ, ਕੁਦਰਤੀ ਤੌਰ 'ਤੇ ਸਿੱਖੀ ਜਾ ਰਹੀ ਹੈ। ਕੁਦਰਤੀ ਤੌਰ 'ਤੇ ਕੋਈ ਚੀਜ਼ ਸਿੱਖਣਾ, ਜਾਂ ਕਹਿ ਲਓ ਕਿ ਬਿਨਾਂ ਸੁਚਾਰੂ ਢੰਗ ਦੇ ਕੋਈ ਚੀਜ਼ ਆਪਾਂ ਸਿੱਖ ਰਹੇ ਹਾਂ, ਉਹ ਗ੍ਰਹਿਣ ਕਰਨਾ ਹੈ। ਫੋਰ ਐਗਜ਼ਾਮਪਲ, ਜਿਵੇਂ ਮੈਂ ਗੱਲ ਕੀਤੀ ਸੀ ਕਿ ਜਦੋਂ ਕਿਸੇ ਨੇ ਇੰਗਲਿਸ਼ ਸਿੱਖਣੀ ਹੈ, ਠੀਕ ਹੈ, ਇੰਗਲਿਸ਼ ਨੂੰ ਮੈਂ ਐਜ਼ ਏ ਥਰਡ ਲੈਂਗੁਏਜ ਲੈ ਕੇ ਚੱਲਦਾ, ਠੀਕ ਹੈ। ਹੋ ਸਕਦਾ ਵੀ ਤੁਹਾਡੇ 'ਚ ਕੋਈ ਨੇਟਿਵ ਲੈਂਗੁਏਜ ਵਾਲਾ ਬੈਠਿਆ ਹੋਵੇ, ਠੀਕ ਹੈ। ਤਾਂ ਗੱਲ ਸੁਣਦੇ ਹਾਂ, ਦੇਖੋ ਗੱਲ ਸੁਣੋ ਕਿ ਇੰਗਲਿਸ਼ ਸਿੱਖਣੀ ਹੈ ਤਾਂ ਉਸ ਨੂੰ ਕੋਈ ਸੈਂਟਰ ਵੀ ਜੁਆਇਨ ਕਰਨਾ ਪਏਗਾ, ਉੱਥੇ ਜਾ ਕੇ ਹੋ ਸਕਦਾ ਉਸ ਨੂੰ ਹੈੱਡਫੋਨ ਜੇ ਲਾ ਕੇ ਉਹਨਾਂ ਨੂੰ ਸੁਣਨਾ ਵੀ ਪਵੇ, ਤਾਂ ਉਹ ਸਭ ਢੰਗ ਤਰੀਕੇ ਅਪਣਾਏਗਾ, ਲੈਂਗੁਏਜ ਦੇ ਟੀਚਰ ਕੋਲ ਵੀ ਜਾਏਗਾ ਜਦੋਂ ਉਸਨੇ ਸਿੱਖਣਾ ਹੈ। ਪਰ ਜਦੋਂ ਗ੍ਰਹਿਣ ਕਰਨਾ ਹੈ ਨਾ, ਜਿਵੇਂ ਤੁਸੀਂ ਹੁਣ ਪਹਿਲੀ ਭਾਸ਼ਾ ਸਿੱਖੀ ਹੈ, ਤੁਸੀਂ ਤੁਹਾਡੀ ਜੋ ਵੀ ਮਦਰ ਟੰਗ ਹੈ, ਪਹਿਲੀ ਭਾਸ਼ਾ ਤੁਹਾਡੀ ਮਾਤ ਭਾਸ਼ਾ ਹੈ, ਉਹ ਸਿੱਖਣ ਦੇ ਲਈ ਤੁਸੀਂ ਕਿਸੇ ਟੀਚਰ ਕੋਲ ਨਹੀਂ ਗਏ, ਤੁਸੀਂ ਕੋਈ ਕਾਪੀਆਂ ਨਹੀਂ ਕਾਲੀਆਂ ਕੀਤੀਆਂ, ਤੁਸੀਂ ਕੁਛ ਪ੍ਰੈਕਟਿਸ ਨਹੀਂ ਕੀਤੀ, ਕੁਛ ਨਹੀਂ ਕੀਤਾ, ਲਿਖ ਕੇ ਦੇਖੀ, ਕੁਛ ਨਹੀਂ ਕੀਤਾ, ਜਸਟ ਤੁਸੀਂ ਨੇ ਕੀ ਕੀਤੀ ਹੈ, ਗ੍ਰਹਿਣ ਕੀਤੀ ਹੈ। ਕਿਵੇਂ? ਬਿਨਾਂ ਕਿਸੇ ਸੁਚਾਰੂ ਢੰਗ ਦੇ, ਠੀਕ ਹੈ, ਕੁਦਰਤੀ ਤੌਰ 'ਤੇ। ਤਾਂ ਇਹ ਸਭ ਕੀ ਹੈ, ਤਰੀਕਾ ਹੈ ਗ੍ਰਹਿਣ ਕਰਨ ਦਾ। ਗ੍ਰਹਿਣ ਕਿੱਥੇ ਤੋਂ ਕਰਦੇ ਹਾਂ ਆਪਾਂ, ਉਹ ਵੀ ਆਪਾਂ ਅੱਗੇ ਸਮਝਾਂਗੇ, ਠੀਕ ਹੈ। ਤਾਂ ਇੱਕ ਚੀਜ਼ ਨੂੰ ਸਮਝ ਲਓ, ਜਿਹੜੀ ਮਾਤ ਭਾਸ਼ਾ ਇਹ ਗ੍ਰਹਿਣ ਕੀਤੀ ਜਾਂਦੀ ਹੈ,
ਜ਼ਰੂਰਤ ਹੋਣ ਕਰਕੇ ਗ੍ਰਹਿਣ ਕਰਦੇ ਆਪਾਂ। ਹੁਣ ਮਾਤ ਭਾਸ਼ਾ ਵੀ ਕਿਉਂ ਸਿੱਖਦਾ ਬੱਚਾ? ਤਾਂ ਕਿ ਉਹ ਮੰਗ ਸਕੇ। ਜੰਮਦੇ ਨੂੰ ਭੁੱਖ ਤਾਂ ਲੱਗੂਗੀ ਹੈ ਨਾ, ਜਦੋਂ ਕੋਈ ਬੱਚਾ ਜੰਮਿਆ ਹੈ ਉਸ ਨੂੰ ਜੰਮਦੇ ਨੂੰ ਭੁੱਖ ਤਾਂ ਲੱਗੂਗੀ। ਪਹਿਲਾਂ ਉਹ ਕੋਈ ਭਾਸ਼ਾ ਨਹੀਂ ਜਾਣਦਾ, ਉਹ ਰੋਣ ਵਾਲੀ ਭਾਸ਼ਾ ਤਾਂ ਜਾਣਦਾ ਹੈ, ਰੋਣਾ ਤਾਂ ਉਸ ਨੂੰ ਆਉਂਦਾ ਹੈ ਨਾ। ਤਾਂ ਇਸ ਤਰੀਕੇ ਨਾਲ ਉਸ ਤੋਂ ਬਾਅਦ ਉਹ ਪਾਣੀ ਦੀ ਪਿਆਸ ਲੱਗੂ, ਪਾਣੀ ਵੀ ਕਹਿਣਾ ਸਿੱਖ ਜੂਗਾ, ਦੁੱਧ ਵੀ ਕਹਿਣਾ ਸਿੱਖ ਜੂਗਾ, ਰੋਟੀ ਪਾਣੀ ਸਭ ਕੁਝ ਕਹਿਣਾ ਸਿੱਖ ਜੂਗਾ। ਕਿਉਂਕਿ ਉਸਨੂੰ ਲੋੜ ਪਈ। ਗ੍ਰਹਿਣ ਕਦੋਂ ਕੀਤਾ ਜਾਂਦਾ? ਜਦੋਂ ਕਿਸੇ ਚੀਜ਼ ਦੀ ਲੋੜ ਪਵੇ। ਠੀਕ ਹੈ, ਤਾਂ ਮਾਤ ਭਾਸ਼ਾ ਜਿਹੜੀ ਵਾਤਾਵਰਨ ਵਿੱਚੋਂ ਗ੍ਰਹਿਣ ਕੀਤੀ ਜਾਂਦੀ ਹੈ, ਲੋੜ ਪਏਗੀ ਉਹਨੂੰ ਤਾਂ। ਠੀਕ ਹੈ, ਦੂਜੀ ਤੀਜੀ ਭਾਸ਼ਾ ਵੀ ਗ੍ਰਹਿਣ ਕੀਤੀ ਜਾ ਸਕਦੀ ਸੀ ਜੇਕਰ ਉਸ ਤਰ੍ਹਾਂ ਦਾ ਵਾਤਾਵਰਨ ਮਿਲੇ। ਵੈਸੇ ਆਪਾਂ ਕੀ ਕਰਦੇ ਨੋਰਮਲੀ ਇਹ ਗੱਲ ਕਹਿੰਦੇ ਹਾਂ, ਮਾਤ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ, ਦੂਜੀ ਤੀਜੀ ਚੌਥੀ ਜਿੰਨੀ ਵੀ ਭਾਸ਼ਾ ਸਿੱਖਣੀ ਹੈ ਉਹ ਸਭ ਆਪਾਂ ਸਿੱਖਾਂਗੇ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਗ੍ਰਹਿਣ ਕਰਨ ਦੇ ਵਿੱਚ ਕੀ ਫਰਕ ਹੈ? ਗ੍ਰਹਿਣ ਕਰਨ ਵਾਲੀ ਪ੍ਰਕਿਰਿਆ ਆਪਣੇ ਆਪ ਹੋ ਜਾਂਦੀ ਹੈ, ਅਵਚੇਤਨ ਰੂਪ ਦੇ ਵਿੱਚ ਹੋ ਜਾਂਦੀ ਹੈ। ਠੀਕ ਹੈ, ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਦੇਖੋ, ਅਚੇਤਨ ਰੂਪ ਵਿੱਚ ਆਪਣੇ ਆਪ ਸਿੱਖ ਜਾਂਦਾ ਹੈ। ਅਣਇੱਛਤ ਹੈ, ਕਿਸੇ ਦੀ ਚਾਹੇ ਇੱਛਾ ਨਹੀਂ ਵੀ ਹੈਗੀ ਫਿਰ ਵੀ ਉਸ ਨੂੰ ਸਿੱਖਣੀ ਪਵੇਗੀ ਕਿਉਂਕਿ ਉਸ ਨੂੰ ਲੋੜ ਹੈ। ਠੀਕ ਹੈ, ਪਰ ਲੋੜ ਪੈਣ ਕਰਕੇ ਇਹ ਕਿਰਿਆ ਵਾਪਰਦੀ ਹੈ। ਹੁਣ ਉਸ ਨੂੰ ਪਾਣੀ ਤਾਂ ਮੰਗਣ ਦੀ ਲੋੜ ਪਈ ਹੈ ਨਾ, ਉਹ ਤਾਂ ਭੁੱਖਾ ਮਰ ਜੂਗਾ। ਜੇ ਉਹ ਕਹੂਗਾ ਮੈਂ ਨਹੀਂ ਮਾਤ ਭਾਸ਼ਾ ਸਿੱਖਦਾ, ਮੈਂ ਨਹੀਂ ਬੋਲਦਾ ਹੈਗਾ ਪਾਣੀ ਕਹਿਣਾ, ਤਾਂ ਬੱਚਾ ਭੁੱਖਾ ਹੀ ਮਰ ਜੂਗਾ, ਪਿਆਸਾ ਮਰ ਜੂਗਾ ਨਾ। ਤਾਂ ਇਸ ਤਰੀਕੇ ਨਾਲ ਇਹ ਲੋੜ ਪੈਣ 'ਤੇ ਆਪਾਂ ਨੇ ਗ੍ਰਹਿਣ ਕੀਤੀ। ਗ੍ਰਹਿਣ ਕਰਨਾ ਕੀ ਹੈ? ਆਪਣੇ ਆਪ ਸਿੱਖ ਜਾਣਾ, ਬਿਨਾਂ ਕਿਸੇ ਸੁਚਾਰੂ ਢੰਗ ਦੇ ਅਚੇਤਨ ਰੂਪ ਵਿੱਚ ਸਿੱਖ ਜਾਣਾ। ਠੀਕ ਹੈ, ਆਪਾਂ ਨੇ ਕੋਈ ਅਟੈਂਸ਼ਨ ਨਹੀਂ ਇਸ 'ਤੇ ਦਿੱਤੀ ਫਿਰ ਵੀ ਆਪਾਂ ਸਿੱਖ ਗਏ। ਠੀਕ ਹੈ, ਫੋਰ ਐਗਜ਼ਾਮਪਲ ਬੱਚਾ ਹੈ, ਉਸ ਨੂੰ ਘਰੇ ਗਾਲਾਂ ਸੁਣਦਾ, ਉਹ ਹੈ ਨਾ ਕਿਸੇ ਨੂੰ ਗਾਲਾਂ ਕੱਢਦੀਆਂ ਸੁਣਦਾ, ਉਹ ਫਿਰ ਗਾਲਾਂ ਦੇਣੀਆਂ ਸਿੱਖ ਜਾਂਦਾ। ਹੁਣ ਤੁਸੀਂ ਸੋਚ ਕੇ ਦੇਖੋ ਬੱਚੇ ਗਾਲਾਂ ਦੇਣੀਆਂ ਕਿੱਥੋਂ ਸਿੱਖਦੇ ਨੇ? ਕਿ ਉਹਨਾਂ ਨੂੰ ਟੀਚਰ ਸਿਖਾਉਂਦੇ ਨੇ ਗਾਲਾਂ ਦੇਣੀਆਂ? ਨਹੀਂ। ਕਿ ਬੱਚੇ ਨੂੰ ਗਾਲਾਂ ਦੇਣੀਆਂ ਕਿਸੇ ਕਿਤਾਬ ਦੇ ਵਿੱਚ ਸਿਖਾਈਆਂ ਜਾਂਦੀਆਂ ਨੇ? ਨਹੀਂ। ਉਹ ਕੀ ਕਰਦਾ? ਗਾਲਾਂ ਦੇਣੀਆਂ ਦੀ ਜਿਹੜੀ ਪ੍ਰਕਿਰਿਆ ਹੈ ਨਾ, ਗਾਲਾਂ ਦੇਣ ਦੀ ਪ੍ਰਕਿਰਿਆ, ਉਹਨੂੰ ਗ੍ਰਹਿਣ ਕਰਦਾ ਹੈ। ਕਿੱਥੇ ਤੋਂ? ਵਾਤਾਵਰਨ 'ਚੋਂ, ਆਂਢ ਗੁਆਂਢ 'ਚੋਂ, ਮਾਤਾ ਪਿਤਾ ਤੋਂ, ਪਰਿਵਾਰ ਤੋਂ। ਠੀਕ ਹੈ, ਉਹ ਸਭ ਥਾਵਾਂ ਤੋਂ ਉਸ ਨੂੰ ਪ੍ਰਾਪਤ ਕਰਦਾ ਹੈ, ਗ੍ਰਹਿਣ ਕਰਦਾ ਹੈ। ਲਓ ਅੱਗੇ ਆ ਗਏ ਸਾਧਨ। ਦੇਖੋ ਜੀ, ਭਾਸ਼ਾ ਗ੍ਰਹਿਣ ਕਰਨ ਜਾਂ ਪ੍ਰਾਪਤੀ ਦੇ ਸਾਧਨ ਕਿਹੜੇ ਕਿਹੜੇ ਹੋ ਸਕਦੇ ਨੇ? ਮਾਤਾ ਪਿਤਾ ਹੋ ਸਕਦੇ ਨੇ, ਭੈਣ ਭਰਾ ਹੋ ਸਕਦੇ ਨੇ, ਸਕੇ ਸੰਬੰਧੀ ਹੋ ਸਕਦੇ ਨੇ, ਆਂਢ ਗੁਆਂਢ ਹੋ ਸਕਦਾ ਹੈ, ਖੇਡ ਸਮੂਹ ਹੋ ਸਕਦੇ ਨੇ, ਦੋਸਤ ਮਿੱਤਰ ਹੋ ਸਕਦੇ ਨੇ, ਅਨੁਕੂਲ ਵਾਤਾਵਰਨ ਹੋ ਸਕਦਾ ਹੈ। ਠੀਕ ਹੈ, ਤਾਂ ਇਹ ਸਭ ਚੀਜ਼ਾਂ ਤੋਂ ਆਪਾਂ ਕੀ ਕਰਦੇ ਹਾਂ? ਭਾਸ਼ਾ ਨੂੰ ਗ੍ਰਹਿਣ ਕਰਦੇ ਹਾਂ। ਇਸ ਬਾਰੇ ਅੱਗੇ ਜਿਹੜੇ ਮਤਲਬ ਅਲੱਗ-ਅਲੱਗ ਭਾਸ਼ਾ ਵਿਗਿਆਨੀ ਨੇ ਹੈ ਨਾ, ਜਾਂ ਕਹਿ ਲਓ ਅਲੱਗ-ਅਲੱਗ ਜੋ ਸਾਈਕੋਲੋਜਿਸਟ ਨੇ, ਉਹਨਾਂ ਦੇ ਕੀ ਵਿਚਾਰ ਨੇ ਉਹ ਆਪਾਂ ਅੱਗੇ ਨੈਕਸਟ ਕਲਾਸ ਦੇ ਵਿੱਚ ਸਮਝਾਂਗੇ। ਠੀਕ ਹੈ, ਤਾਂ ਉਸ ਚੀਜ਼ ਨੂੰ ਵੀ ਇੱਕ ਵਾਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ। ਕਲਾਸ ਕੋਈ ਨਹੀਂ ਛੱਡਣੀ। ਜੇ ਪੇਪਰ ਪਾਸ ਕਰਨਾ ਤਾਂ ਕੋਈ ਵੀ ਕਲਾਸ ਆਪਣੇ ਚੈਨਲ 'ਤੇ ਜੋ ਵੀ ਇਸ ਨਾਲ ਰਿਲੇਟਡ ਹੋਏਗੀ ਪਲੇਲਿਸਟ ਦੇ ਵਿੱਚ ਤੁਹਾਨੂੰ ਸਭ ਕਲਾਸਿਸ ਮਿਲਣਗੀਆਂ। ਕਲਾਸ ਕੋਈ ਵੀ ਤੁਸੀਂ ਨਹੀਂ ਛੱਡਣੀ। ਤਾਂ ਆਪਾਂ ਅੱਗੇ ਡਿਸਕਸ ਕਰਦੇ ਹਾਂ ਜੀ ਕੁਐਸਚਨ ਆਨਸਰ। ਤਾਂ ਦੇਖੋ ਜੀ, ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਭਾਸ਼ਾ ਸਿੱਖਣ ਅਤੇ ਭਾਸ਼ਾ ਅਰਜਿਤ ਕਰਨ ਵਿੱਚ ਮੁੱਖ ਅੰਤਰ ਦਾ ਆਧਾਰ ਕੀ ਹੈ? ਭਾਸ਼ਾ ਗ੍ਰਹਿਣ ਕਰਨਾ, ਅਰਜਿਤ ਮਤਲਬ ਗ੍ਰਹਿਣ ਕਰਨਾ, ਅਤੇ ਭਾਸ਼ਾ ਸਿੱਖਣਾ, ਇਹਨਾਂ ਦਾ ਜਿਹੜਾ ਅੰਤਰ ਆਪਾਂ ਕਹਿ ਤਾਂ ਰਹੇ ਹਾਂ ਵੀ ਇਹਨਾਂ ਦੇ ਵਿੱਚ ਡਿਫਰੈਂਸ ਹੈ, ਅੰਤਰ ਹੈ, ਕਿਸ ਬੇਸ 'ਤੇ ਹੈ ਉਹ? ਕਿ ਭਾਸ਼ਾ ਦੀ ਸੁੰਦਰਤਾ ਕਰਕੇ ਹੈ, ਭਾਸ਼ਾ ਦਾ ਵਾਤਾਵਰਨ ਹੈ, ਜਾਂ ਫਿਰ ਭਾਸ਼ਾ ਦੀ ਕੁਦਰਤ ਮਤਲਬ ਕਿ ਨੇਚਰ ਕਹਿ ਦਿੰਦੇ ਜਿਵੇਂ ਆਪਾਂ, ਪ੍ਰਕਿਰਤੀ। ਠੀਕ ਹੈ, ਅਤੇ ਭਾਸ਼ਾ ਦੀ ਮਹੱਤਤਾ। ਇਹਦੇ ਵਿੱਚੋਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਕੀ ਹੋਏਗੀ? ਕਿ ਭਾਸ਼ਾ ਦਾ ਜਿਹੜਾ ਵਾਤਾਵਰਨ ਹੈ ਨਾ, ਉਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਅੰਤਰ ਹੈ। ਤਾਂ ਅੰਤਰ ਦਾ ਮੁੱਖ ਬੇਸ ਕੀ ਹੈ? ਵਾਤਾਵਰਨ। ਜਿਵੇਂ ਮੈਂ ਤੁਹਾਨੂੰ ਦੱਸ ਕੇ ਤਾਂ ਹਟਿਆ ਵੀ ਮਾਤ ਭਾਸ਼ਾ ਬੱਚਾ ਗ੍ਰਹਿਣ ਕਰਦਾ ਹੈ ਕਿਉਂਕਿ ਉਸਨੂੰ ਵਾਤਾਵਰਨ ਮਿਲ ਗਿਆ। ਦੂਸਰੀ ਤੀਜੀ ਭਾਸ਼ਾ ਉਸ ਨੂੰ ਸਿੱਖਣੀ ਪੈ ਰਹੀ ਹੈ, ਗ੍ਰਹਿਣ ਨਹੀਂ ਉਸ ਤੋਂ ਹੋਈ, ਉਸ ਨੂੰ ਸਿੱਖਣੀ ਪੈ ਰਹੀ ਹੈ ਕਿਉਂਕਿ ਉਸ ਤਰ੍ਹਾਂ ਦਾ ਵਾਤਾਵਰਨ ਨਹੀਂ ਮਿਲਿਆ ਸੀ ਉਹਨੂੰ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹਨਾਂ ਦੇ ਵਿੱਚ ਜਿਹੜਾ ਮੇਨ ਅੰਤਰ ਹੈਗਾ ਉਹ ਵਾਤਾਵਰਨ ਦੇ ਕਰਕੇ ਹੈ। ਇਹ ਜੋ ਪ੍ਰਸ਼ਨ ਹੈ ਨਾ, ਇਹ ਸੀ-ਟੈਟ ਦੇ ਵਿੱਚ ਪਹਿਲਾਂ ਪੁੱਛਿਆ ਜਾ ਚੁੱਕਿਆ ਜੀ, ਮੈਂ ਆਪਣੇ ਕੋਲੋਂ ਕੁਝ ਨਹੀਂ ਤਿਆਰ ਕੀਤਾ। ਠੀਕ ਹੈ, ਤਾਂ ਇਹ ਕੁਐਸਚਨ ਪੁੱਛਿਆ ਜਾ ਚੁੱਕੀ ਹੈ। ਇਸ ਤੋਂ ਬਾਅਦ ਇਹ ਪ੍ਰਸ਼ਨ ਫਿਰ ਸੀ-ਟੈਟ ਦੇ ਵਿੱਚੋਂ ਲਿਆਏਗਾ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਅਵਚੇਤਨ ਦਾ ਅਮਲ ਹੈ? ਵਿਦਿਆਰਥੀ ਸੰਚਾਰ ਲਈ ਇਸ ਦੀ ਵਰਤੋਂ ਸ਼ੁਰੂ ਕਰਦੇ ਹਨ। ਤਾਂ ਦੇਖੋ, ਅਵਚੇਤਨ ਦੀ ਗੱਲ ਆ ਗਈ, ਸਿੰਪਲ ਇੱਥੇ ਇਹੀ ਸਮਝੋ ਵੀ ਕਾਹਦੀ ਗੱਲ ਆ ਗਈ? ਅਵਚੇਤਨ ਦੀ ਗੱਲ ਆ ਗਈ। ਤੁਹਾਨੂੰ ਕੀ ਦੱਸਿਆ ਸੀ ਵੀ ਅਵਚੇਤਨ ਪ੍ਰਕਿਰਿਆ ਕਿਹੜੀ ਹੈ? ਗ੍ਰਹਿਣ ਕਰਨਾ, ਹੈ ਨਾ, ਜਦ ਕਿ ਸਿੱਖਣਾ ਕੀ ਸੀ? ਚੇਤਨ ਪ੍ਰਕਿਰਿਆ ਸੀ, ਹੈ ਨਾ। ਤਾਂ ਇਸ ਤਰੀਕੇ ਨਾਲ ਅਵਚੇਤਨ ਦਾ ਅਮਲ ਹੈ ਅਤੇ ਵਿਦਿਆਰਥੀ ਸੰਚਾਰ ਲਈ ਇਸ ਦੀ ਵਰਤੋਂ ਕਰਦਾ ਹੈ। ਠੀਕ ਹੈ, ਤਾਂ ਇਹ ਕੀ ਹੈ? ਭਾਸ਼ਾ ਪ੍ਰਾਪਤੀ ਹੈ। ਕੀ ਹੈ ਜੀ? ਭਾਸ਼ਾ ਪ੍ਰਾਪਤੀ ਹੈ। ਸਿੰਪਲ ਜੀ ਗੱਲ, ਫਸਟ ਆਪਸ਼ਨ ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਨੈਕਸਟ ਪ੍ਰਸ਼ਨ, ਬੱਚੇ ਭਾਸ਼ਾ ਗ੍ਰਹਿਣ ਦੀ ਸਥਿਤੀ ਵਿੱਚ ਮਤਲਬ ਕਿ ਬੱਚਾ ਜਿਹੜਾ ਉਹ ਭਾਸ਼ਾ ਨੂੰ ਗ੍ਰਹਿਣ ਕਰੇ। ਠੀਕ ਹੈ, ਇਸ ਦੇ ਵਿੱਚ ਕੀ ਚੀਜ਼ ਦਾ ਧਿਆਨ ਰੱਖਿਆ ਜਾਂਦਾ? ਇਹ ਚਾਰ ਆਪਸ਼ਨ ਦੇ ਅਕੋਰਡਿੰਗ ਪੜ੍ਹੋ। ਠੀਕ ਹੈ, ਭਾਸ਼ਾਈ ਨਿਯਮਾਂ ਨੂੰ ਕੁਦਰਤੀ ਤੌਰ 'ਤੇ ਗ੍ਰਹਿਣ ਕਰਦੇ ਨੇ। ਗੱਲ ਗ੍ਰਹਿਣ ਕਰਨ ਦੀ ਹੈ ਨਾ, ਐਕੁਜੀਸ਼ਨ ਦੀ ਹੈ, ਲਰਨਿੰਗ ਦੀ ਨਹੀਂ ਹੈਗੀ, ਐਕੁਜੀਸ਼ਨ ਦੀ ਗੱਲ ਹੈ। ਤਾਂ ਬੱਚੇ ਭਾਸ਼ਾ ਗ੍ਰਹਿਣ ਦੀ ਸਥਿਤੀ ਵਿੱਚ ਭਾਸ਼ਾਈ ਨਿਯਮਾਂ ਨੂੰ ਕੁਦਰਤੀ ਤੌਰ 'ਤੇ ਗ੍ਰਹਿਣ ਕਰਦੇ ਹਨ। ਉਹਨਾਂ ਵਿੱਚ ਬਹੁਤੇ ਗਲਤੀ ਹੀ ਕਰਦੇ ਹਨ। ਕੁਦਰਤੀ ਤੌਰ 'ਤੇ ਭਾਸ਼ਾਈ ਨਿਯਮਾਂ ਨੂੰ ਯਾਦ ਰੱਖਦੇ ਹਨ ਜਾਂ ਕਦੇ ਕੋਈ ਗਲਤੀ ਨਹੀਂ ਕਰਦੇ। ਦੇਖੋ, ਇਹ ਤਾਂ ਹੁੰਦਾ ਨਹੀਂ ਵੀ ਕਦੇ ਗਲਤੀ ਨਹੀਂ ਕਰਦੇ ਜਾਂ ਰੱਟਾ ਲਾਉਂਦੇ ਨੇ, ਯਾਦ ਕਰਦੇ ਨੇ, ਇਹ ਗੱਲਾਂ ਤਾਂ ਹੋ ਨਹੀਂ ਸਕਦੀਆਂ। ਬਹੁਤੇ ਗਲਤੀ ਕਰਦੇ ਹਨ ਅਤੇ ਉਸ ਤੋਂ ਵੀ ਬੈਸਟ ਆਪਸ਼ਨ ਆਪਣੇ ਕੋਲ ਕੀ ਪਈ ਹੈ ਕਿ ਭਾਸ਼ਾਈ ਨਿਯਮਾਂ ਨੂੰ ਕੁਦਰਤੀ ਤੌਰ 'ਤੇ ਗ੍ਰਹਿਣ ਕਰਦੇ ਨੇ।
ਉਹੀ ਗੱਲ ਦੱਸੀ ਨਾ ਵੀ ਪਾਣੀ ਕਹਿਣਾ, ਰੋਟੀ ਕਹਿਣਾ, ਦੁੱਧ ਕਹਿਣਾ ਸਿੱਖ ਲਿਆ ਬੱਚੇ ਨੇ, ਕਿਉਂਕਿ ਉਹਨੇ ਕੁਦਰਤੀ ਤੌਰ 'ਤੇ ਕੀ ਕਰ ਲਿਆ, ਇਹਨਾਂ ਚੀਜ਼ਾਂ ਨੂੰ ਗ੍ਰਹਿਣ ਕਰ ਲਿਆ। ਸਮਝ ਗਈ? ਤਾਂ ਇਹ ਕੀ ਹੈ, ਫਸਟ ਆਪਸ਼ਨ ਸਾਡਾ ਰਾਈਟ ਆਨਸਰ ਹੈ। ਇਸ ਤੋਂ ਬਾਅਦ ਨੈਕਸਟ ਪ੍ਰਸ਼ਨ ਹੈ ਜੀ, ਭਾਸ਼ਾ ਸਿੱਖਣ ਵਿੱਚ ਸਭ ਤੋਂ ਵੱਡੀ ਰੁਕਾਵਟ ਹੋ ਸਕਦੀ ਹੈ। ਇਹ ਕੁਐਸਚਨ ਦੇ ਉੱਤੇ ਤੁਸੀਂ ਨੰਬਰਿੰਗ ਪਾ ਦੋਗੇ। ਕਿੰਨਵਾਂ ਕੁਐਸਚਨ ਹੈ ਆਪਣਾ ਇਹ? 1 2 3 4। ਤਾਂ 4 ਨੰਬਰ ਪ੍ਰਸ਼ਨ ਹੈ। ਇਸ ਦਾ ਰਾਈਟ ਆਨਸਰ ਜਿਹੜਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਬੜਾ ਹੀ ਸਿੰਪਲ ਜਿਹਾ ਕੁਐਸਚਨ ਹੈ। 4 ਨੰਬਰ ਪਾ ਕੇ ਨਾਲ ਆਨਸਰ ਆਪਣਾ ਲਿਖ ਦਿਓ, ਠੀਕ ਹੈ। ਜੋ ਵੀ ਆਪਸ਼ਨ ਤੁਹਾਨੂੰ ਰਾਈਟ ਲੱਗਦੀ ਹੈ, ਬਿਲਕੁਲ ਸਿੰਪਲ ਜਿਹਾ ਇਸ ਦਾ ਰਾਈਟ ਆਨਸਰ ਤੁਹਾਨੂੰ ਲੱਭ ਜਾਵੇਗਾ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਸਰੋਤ ਪ੍ਰਾਇਮਰੀ ਪੱਧਰ 'ਤੇ ਭਾਸ਼ਾ ਸਿੱਖਣ ਲਈ ਸਭ ਤੋਂ ਮਹੱਤਵਪੂਰਨ ਹੈ? ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਪਹਿਲਾਂ। ਤਾਂ ਦੇਖੋ ਜੀ, ਪ੍ਰਾਇਮਰੀ ਪੱਧਰ 'ਤੇ ਗੱਲ ਕੀਤੀ ਗਈ ਹੈ ਅਤੇ ਭਾਸ਼ਾ ਸਿੱਖਣ ਦੇ ਲਈ ਗੱਲ ਕੀਤੀ ਗਈ ਹੈ। ਤਾਂ ਭਾਸ਼ਾ ਸਿੱਖਣ ਦੇ ਲਈ ਸਭ ਤੋਂ ਮਹੱਤਵਪੂਰਨ ਅਖਬਾਰ ਹੈ, ਕੰਪਿਊਟਰ ਹੈ, ਰੈਲੀਆਂ ਨੇ ਜਾਂ ਫਿਰ ਬਾਲ ਸਾਹਿਤ ਹੈ। ਹੁਣ ਤੁਸੀਂ ਸੋਚੋ ਯਾਰ, ਬੱਚਾ ਪ੍ਰਾਇਮਰੀ ਪੱਧਰ 'ਤੇ ਹੈ ਹਾਲੇ, ਕਿ ਉਸਨੂੰ ਅਖਬਾਰਾਂ ਦਾ, ਕੰਪਿਊਟਰ ਦਾ, ਰੈਲੀਆਂ ਦਾ ਕਿੱਥੋਂ, ਰੈਲੀ 'ਚ ਮਾਰੋਗੇ ਵਿਚਾਰੇ ਨੂੰ ਭੀੜ ਭੜੱਕੇ 'ਚ ਲਿਜਾ ਕੇ, ਠੀਕ ਹੈ। ਤਾਂ ਇਸ ਕਰਕੇ ਆਪਾਂ ਕੀ ਕਰਾਂਗੇ, ਉਸਨੂੰ ਬਾਲ ਸਾਹਿਤ ਪੜ੍ਹਾ ਦਾਂਗੇ, ਕੋਈ ਇੱਕ ਵਧੀਆ ਸੋਹਣੀ ਜਿਹੀ ਕਿਤਾਬ ਦੇ ਜਾਵਾਂਗੇ ਜਿਸ 'ਚ ਰੰਗ ਬਿਰੰਗੇ ਚਿੱਤਰ ਛਾਪੇ ਹੋਣ, ਹੈ ਨਾ, ਫੋਟੋਆਂ ਛਾਪੀਆਂ ਹੋਣ। ਬੱਚਾ ਉਸਨੂੰ ਦੇਖੇਗਾ, ਪੜ੍ਹਨ ਦੀ ਵੀ ਕੋਸ਼ਿਸ਼ ਕਰੇਗਾ। ਤਾਂ ਇਸ ਤਰੀਕੇ ਨਾਲ ਭਾਸ਼ਾ ਸਿੱਖਣ ਉਸਦਾ ਹੋ ਜਾਏਗਾ। ਬਾਲ ਸਾਹਿਤ ਸਭ ਤੋਂ ਬੈਸਟ ਆਪਸ਼ਨ ਹੈ ਜੀ। ਇਸ ਤੋਂ ਬਾਅਦ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ। ਨੈਕਸਟ ਪ੍ਰਸ਼ਨ ਜੋ ਆਪਣੇ ਕੋਲ ਹੈ, ਜਦੋਂ ਵਿਦਿਆਰਥੀ ਨੌਕਰੀ ਦੇ ਚੰਗੇਰੇ ਮੌਕਿਆਂ ਲਈ ਕੋਈ ਭਾਸ਼ਾ ਸਿੱਖਦੇ ਹਨ ਤਾਂ ਇੱਕ ਭਾਸ਼ਾ ਨੂੰ ਸਿੱਖਣ ਦੀ ਡੈਸ਼ ਉਹਨਾਂ ਦੀ ਪ੍ਰੇਰਨਾ ਹੁੰਦੀ ਹੈ। ਇੱਥੇ ਇੱਦਾਂ ਆਉਣਾ ਸੀ, ਸਿੱਖਣ ਦੀ ਉਹਨਾਂ, ਇੱਥੇ ਇੱਦਾਂ ਆਏਗਾ, ਦੇਖਿਓ, ਸਿੱਖਣ ਦੀ ਉਹਨਾਂ ਦੀ ਡੈਸ਼ ਪ੍ਰੇਰਨਾ, ਪ੍ਰੇਰਨਾ ਤੋਂ ਅੱਗੇ ਆਪਸ਼ਨ ਉਹ ਹੈ, ਮਤਲਬ ਡੈਸ਼ ਛੱਡੀ ਹੋਈ, ਠੀਕ ਹੈ। ਤਾਂ ਕਿਹੜੀ ਪ੍ਰੇਰਨਾ? ਜਦੋਂ ਹੁਣ ਨੌਕਰੀ, ਵੀ ਮੈਨੂੰ ਨੌਕਰੀ ਮਿਲ ਜੇ ਯਾਰ, ਮੈਂ ਫਿਰ ਤਾਂ ਹੀ ਭਾਸ਼ਾ ਨੂੰ ਸਿੱਖ ਰਹੀ ਹਾਂ। ਬਹੁਤੇ ਆਈਲੈਟਸ ਕਿਉਂ ਕਰ ਰਹੇ ਨੇ? ਬਾਹਰ ਜਾ ਕੇ ਨੌਕਰੀ ਕਰਾਂਗੇ, ਠੀਕ ਹੈ। ਬਹੁਤੇ ਆਈਲੈਟਸ ਕਿਉਂ ਕਰ ਰਹੇ ਨੇ? ਆਪਾਂ ਸਕੂਲ 'ਚ ਕਿਸੇ ਇੰਸਟੀਟਿਊਟ 'ਚ ਪੜ੍ਹਾਉਣ ਲੱਗ ਜਾਂਗੇ, ਸਪੀਕਿੰਗ ਸਿੱਖ ਲੈਂਦੇ ਹਾਂ। ਕਿਉਂ? ਇਹ ਕੀ ਹੈ? ਬਾਹਰੀ ਪ੍ਰੇਰਨਾ ਹੈ। ਕੀ ਹੈ ਜੀ? ਇਹ ਬਾਹਰੀ ਪ੍ਰੇਰਨਾ ਹੈ। ਆਪਸ਼ਨ ਫਸਟ ਸਾਡਾ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ, ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਹੈ ਜੀ, ਦੇਖੋ ਇੱਕ ਇਹ ਹੋਰ ਦੇਖੋ, ਇੱਥੇ ਦੇਖੀ ਨੌਕਰੀ ਆਧਾਰਿਤ ਆਪਸ਼ਨ ਪਾ ਕੇ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਦਾਂ ਦੀ ਕੋਈ ਪ੍ਰੇਰਨਾ ਹੀ ਨਹੀਂ ਹੁੰਦੀ। ਪ੍ਰੇਰਨਾ ਕੀ ਹੈ? ਬਾਹਰੀ ਜਾਂ ਅੰਦਰੂਨੀ ਹੁੰਦੀ ਹੈ, ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਨੈਕਸਟ ਪ੍ਰਸ਼ਨ। ਤਾਂ ਨੈਕਸਟ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਇਹਨਾਂ ਨੇ? ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਗ੍ਰਹਿਣਸ਼ੀਲਤਾ, ਉਹੀ ਗੱਲ ਆ ਗਈ ਨਾ, ਭਾਸ਼ਾ ਨੂੰ ਪ੍ਰਾਪਤ ਕਰਨਾ, ਗ੍ਰਹਿਣ ਕਰਨਾ, ਐਕੁਜੀਸ਼ਨ ਦੀ ਗੱਲ ਹੈ। ਤਾਂ ਭਾਸ਼ਾ ਗ੍ਰਹਿਣਸ਼ੀਲਤਾ ਦੇ ਸਿਧਾਂਤਾਂ ਦੇ ਵਿਸ਼ਵਾਸ ਉੱਪਰ ਆਧਾਰਿਤ ਹੈ। ਕਿਹੜਾ ਆਧਾਰਿਤ ਹੈ ਇਹਨਾਂ ਦੇ ਵਿੱਚੋਂ? ਸਭ ਤੋਂ ਬੈਸਟ ਆਪਸ਼ਨ ਆਪਾਂ ਨੂੰ ਸਿਲੈਕਟ ਕਰਨੀ ਹੈ ਜੀ। ਆਪਸ਼ਨ ਤੁਹਾਨੂੰ ਹੋਰ ਵੀ ਵਧੀਆ ਲੱਗ ਸਕਦੀਆਂ ਨੇ, ਪਰ ਸਭ ਤੋਂ ਬੈਸਟ ਸਿਲੈਕਟ ਕਰਨੀ ਹੈ। ਭਾਸ਼ਾ ਉਸ ਸਮੇਂ ਸਿੱਖੀ ਜਾ ਸਕਦੀ ਹੈ ਜਦੋਂ ਇਹ ਪਾਠਕ੍ਰਮ ਤੋਂ ਪਾਰ ਦੀ ਭਾਸ਼ਾ ਉੱਪਰ ਕੇਂਦਰਿਤ ਹੋਵੇ, ਠੀਕ ਹੈ। ਪਾਠਕ੍ਰਮ ਤੋਂ ਪਾਰ, ਪਾਠਕ੍ਰਮ ਵੀ ਤਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਨਾ। ਪਾਠਕ੍ਰਮ ਅਤੇ ਕਹਿ ਸਕਦੇ ਸੀ ਆਪਾਂ, ਹੈ ਨਾ, ਵੀ ਪਾਠਕ੍ਰਮ ਵੀ ਅਤੇ ਉਸ ਤੋਂ ਪਾਰ ਦੀ ਵੀ ਗੱਲ ਹੋਵੇ, ਹੈ ਨਾ। ਅਤੇ ਇੱਕ ਇਹ ਵੀ ਨਹੀਂ ਹੁੰਦਾ ਵੀ ਤੁਸੀਂ ਪਾਠਕ੍ਰਮ ਤੋਂ ਉੱਪਰ ਲੈਵਲ ਲੈ ਕੇ ਵੀ ਉਹ ਬੱਚੇ ਦੇ ਉੱਪਰ ਦੀ ਲੰਘ ਗਿਆ, ਇੱਦਾਂ ਵੀ ਇਹ ਨੈਗੇਟਿਵ ਚਲੀ ਜਾਂਦੀ ਆਪਸ਼ਨ, ਠੀਕ ਹੈ। ਤਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ, ਭਾਸ਼ਾ ਉਸ ਸਮੇਂ ਸਿੱਖੀ ਜਾ ਸਕਦੀ ਹੈ ਜਦੋਂ ਉਸ ਨੂੰ ਅਨੁਸਰਨ ਅਤੇ ਪੁਸ਼ਟੀ ਕਰਨ ਦਾ ਮੌਕਾ ਦਿੱਤਾ ਜਾਵੇ, ਜਾਂ ਫਿਰ ਭਾਸ਼ਾ ਸਿਖਿਆਰਥੀਆਂ ਨੂੰ ਦੂਜਿਆਂ ਨਾਲ ਅਰਥ ਬਾਰੇ ਸਲਾਹ ਮਸ਼ਵਰਾ ਕਰਨ ਦੇ ਕੁਝ ਮੌਕੇ ਦਿੱਤੇ ਜਾਣ, ਜਾਂ ਫਿਰ ਭਾਸ਼ਾ ਸਿਖਿਆਰਥੀਆਂ ਨੂੰ ਸਮਾਵੇਸ਼ੀ ਇਨਪੁੱਟ ਤੱਕ ਜਾਣ ਦੀ ਲੋੜ ਹੈ, ਜਿਵੇਂ ਕਿ ਜਟਿਲਤਾ ਦੇ ਪੱਧਰ ਤੋਂ ਜਟਿਲਤਾ ਦੇ ਪੱਧਰ ਤੋਂ ਵੀ ਉੱਪਰ ਲੈ ਕੇ ਕੀ ਕਰੋਗੇ ਲਿਜਾ ਕੇ। ਤਾਂ ਦੇਖੋ ਜੀ, ਸਭ ਤੋਂ ਬੈਸਟ ਆਪਸ਼ਨ ਜੋ ਆਪਣੇ ਕੋਲ ਹੋਏਗੀ ਇਹ ਥਰਡ ਹੋਏਗੀ, ਠੀਕ ਹੈ ਜੀ। ਕਿਉਂਕਿ ਇੱਥੇ ਸਭ ਤੋਂ ਬੈਸਟ ਗੱਲ ਕੀ ਕੀਤੀ ਗਈ ਇਹਨਾਂ ਨੇ, ਕਹਿੰਦੇ ਸਿਖਿਆਰਥੀਆਂ ਨੂੰ ਦੂਜਿਆਂ ਨਾਲ ਅਰਥ ਬਾਰੇ, ਵੀ ਯਾਰ ਇਹਦਾ ਅਰਥ ਇਹ ਵੀ ਤਾਂ ਹੋ ਸਕਦਾ ਵੀ ਸਲਾਹ ਮਸ਼ਵਰਾ ਕਰਨ ਦੀ ਗੱਲ ਜਿੱਥੇ ਮੌਕਾ ਦਿੱਤਾ ਜਾਊਗਾ। ਤੁਹਾਨੂੰ ਦੱਸਿਆ ਸੀ ਨਾ ਵੀ ਸਭ ਤੋਂ ਬੈਸਟ ਆਪਸ਼ਨ ਉਹ ਸਿਲੈਕਟ ਕਰਨੀ ਜਿੱਥੇ ਮੌਕੇ ਦੇਣ ਦੀ ਗੱਲ ਹੈ, ਜਿੱਥੇ ਸਿਖਿਆਰਥੀ ਨੂੰ ਸ਼ਾਮਲ ਕਰਨ ਦੀ ਗੱਲ ਹੈ, ਠੀਕ ਹੈ। ਤਾਂ ਸਿਖਿਆਰਥੀ ਕੇਂਦਰਿਤ ਪਹੁੰਚ ਜਿੱਥੇ ਅਪਣਾਈ ਜਾ ਰਹੀ ਹੈ, ਉਹ ਕੀ ਹੁੰਦੀ ਹੈ ਜੀ ਆਪਣੇ ਕੋਲ ਸਭ ਤੋਂ ਬੈਸਟ ਆਪਸ਼ਨ ਹੁੰਦੀ ਹੈ। ਤਾਂ ਦੇਖੋ, ਜਦੋਂ ਉਹ ਕੀ ਕਰੇਗਾ, ਮੰਨ ਕੇ ਚਲੋ ਕੋਈ ਸ਼ਬਦ ਆ ਗਿਆ, ਠੀਕ ਹੈ, ਉਹਨੂੰ ਲੱਗਿਆ ਯਾਰ ਇਹ ਲਾਈਨ ਦਾ, ਇਹ ਸ਼ਬਦ ਦਾ, ਇਹ ਵਾਕ ਦਾ ਇੱਦਾਂ ਅਰਥ ਸੀ, ਤਾਂ ਉਸ ਬਾਰੇ ਕਹੇਗਾ ਵੀ ਇਹਦਾ ਅਰਥ ਇਹ ਹੈ ਯਾਰ। ਵੀ ਉਹ ਆਪਣੇ ਦੋਸਤ ਮਿੱਤਰ ਨਾਲ, ਕਿਸੇ ਨਾਲ, ਵੱਡੇ ਨਾਲ, ਛੋਟੇ ਨਾਲ ਕੋਈ ਜਦੋਂ ਸਲਾਹ ਮਸ਼ਵਰਾ ਕਰੇਗਾ ਅਰਥ ਬਾਰੇ, ਤਾਂ ਉਹ ਸਭ ਤੋਂ ਵਧੀਆ ਤਰੀਕੇ ਨਾਲ ਗ੍ਰਹਿਣ ਕਰ ਸਕੇਗਾ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਭਾਸ਼ਾ ਗ੍ਰਹਿਣਸ਼ੀਲਤਾ ਦੇ ਸਿਧਾਂਤਾਂ ਨਾਲ ਸੰਬੰਧਿਤ ਗੱਲ ਸੀ। ਤਾਂ ਇਸ ਤਰੀਕੇ ਨਾਲ ਦੋਸਤੋ ਅੱਜ ਦੀ ਆਪਣੀ ਕਲਾਸ ਹੈ ਜਿਹੜੀ ਇਹ ਸਮਾਪਤ ਹੁੰਦੀ ਹੈ। ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।